ਹੈਲੋ ਸਟੂਡੈਂਟ, ਅੱਜ ਆਪਾਂ 10ਵੀਂ ਜਮਾਤ ਦੀ ਵੰਨਗੀ ਵਿੱਚੋਂ ਇਕਾਂਗੀ ਜ਼ਫ਼ਰਨਾਮਾ ਜੋ ਕਿ ਡਾਕਟਰ ਹਰਚਰਨ ਸਿੰਘ ਦੁਆਰਾ ਲਿਖੀ ਗਈ ਹੈ ਉਸ ਬਾਰੇ ਪੜ੍ਹਾਂਗੇ। ਸਭ ਤੋਂ ਪਹਿਲਾਂ ਤਾਂ ਆਪਾਂ ਡਾਕਟਰ ਹਰਚਰਨ ਸਿੰਘ ਬਾਰੇ ਪੜ੍ਹਾਂਗੇ ਕਿ ਡਾਕਟਰ ਹਰਚਰਨ ਸਿੰਘ ਕੌਣ ਸਨ ਅਤੇ ਉਹਨਾਂ ਦੀਆਂ ਰਚਨਾਵਾਂ ਕਿਹੜੀਆਂ-ਕਿਹੜੀਆਂ ਸਨ। ਡਾਕਟਰ ਹਰਚਰਨ ਸਿੰਘ ਦਾ ਜਨਮ ਚੱਕ 576 ਜ਼ਿਲ੍ਹਾ ਸ਼ੇਖਪੁਰਾ ਜੋ ਕਿ ਅੱਜ ਕੱਲ੍ਹ ਪਾਕਿਸਤਾਨ ਵਿੱਚ ਹੈ, ਸਰਦਾਰ ਕਿਰਪਾ ਸਿੰਘ ਅਤੇ ਮਾਤਾ ਸ਼੍ਰੀਮਤੀ ਰੱਖੀ ਦੇ ਘਰ 10 ਦਸੰਬਰ 1914 ਈਸਵੀ ਨੂੰ ਹੋਇਆ। ਉੜਾਪੜ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਉਹਨਾਂ ਦਾ ਜੱਦੀ ਪਿੰਡ ਸੀ। ਜੱਦੀ ਮਤਲਬ ਜਿੱਥੋਂ ਦੇ ਉਹ ਸਟਾਰਟਿੰਗ ਤੋਂ ਹੀ ਰਹਿੰਦੇ ਸਨ। ਇਹਨਾਂ ਨੇ 2 ਵਿਸ਼ਿਆਂ ਵਿੱਚ MA ਕੀਤੀ ਸੀ। ਇੱਕ ਵਿਸ਼ਾ ਸੀ ਪੰਜਾਬੀ ਅਤੇ ਦੂਸਰਾ ਇਤਿਹਾਸ। ਬਾਅਦ ਵਿੱਚ ਉਹਨਾਂ ਨੇ PhD ਪੰਜਾਬੀ ਵਿੱਚ ਕੀਤੀ। ਉਹਨਾਂ ਦਾ ਸੰਬੰਧ ਅਧਿਆਪਨ ਨਾਲ ਰਿਹਾ ਸੀ। ਉਹ ਪਹਿਲਾਂ ਲਾਹੌਰ ਵਿੱਚ ਅਤੇ ਬਾਅਦ ਵਿੱਚ ਦਿੱਲੀ ਵਿਖੇ ਗਿਆਨੀ ਅਤੇ ਬੁੱਧੀਮਾਨੀ ਪੜ੍ਹਾਉਂਦੇ ਰਹੇ। ਉਹ ਦਿੱਲੀ ਯੂਨੀਵਰਸਿਟੀ ਵਿੱਚ ਰੀਡਰ ਵੀ ਰਹੇ। ਬਾਅਦ ਵਿੱਚ ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਆ ਗਏ। ਇੱਥੇ ਉਹ ਪੰਜਾਬੀ ਵਿਭਾਗ ਦੇ ਮੁਖੀ ਅਤੇ ਪ੍ਰੋਫੈਸਰ ਰਹੇ। ਇਸ ਦੇ ਨਾਲ ਹੀ ਉਹ ਨਾਟਕ ਵਿਭਾਗ ਦੇ ਇੰਚਾਰਜ ਵੀ ਰਹੇ। ਉਹਨਾਂ ਦੀਆਂ ਜਿਹੜੀਆਂ ਮੁੱਖ ਰਚਨਾਵਾਂ ਸੀ ਉਹਨਾਂ ਵਿੱਚੋਂ ਕਿਹੜੀਆਂ ਸੀ? ਕਮਲਾ ਕੁਮਾਰੀ, ਰਾਜਾ ਪੋਰਸ, ਜੀਵਨ ਲੀਲਾ, ਖੇਡਾਂ ਦੇ ਦਿਨ 4, 5 ਗਿੱਟੜਾ, ਦੂਰ ਦੁਰਾਡੇ ਸ਼ਹਿਰੋਂ, ਤੇਰਾ ਘਰ ਸੋ ਮੇਰਾ ਘਰ, ਮੁੜਕੇ ਦੀ ਖੁਸ਼ਬੂ, ਸ਼ੋਭਾ ਸ਼ਕਤੀ, ਰੱਤਾ ਸਾਲੂ, ਕੱਲ੍ਹ ਅੱਜ ਤੇ ਭਲਕ, ਹਿੰਦ ਦੀ ਚਾਦਰ, ਦੇਖ ਕਬੀਰਾ ਰੋਇਆ, ਮਸੀਹਾ ਸੂਲੀ ਤੇ ਮੁਸਕਰਾਇਆ, ਪੰਜਾਬ ਦੀ ਇੱਕੋ ਮਰਦ ਰਾਣੀ ਜਿੰਦਾ, ਜੀਵਨ ਲੀਲਾ, ਸਾਂਝਾ ਰਾਜ, ਸਪਤਰਿਸ਼ੀ, ਕਾਇਆ ਕਲਪ ਅਤੇ ਪੱਛਮ ਦਾ ਮਾਇਆ ਜਾਲ ਆਦਿ। ਇਹ ਸਾਰੀਆਂ ਉਹਨਾਂ ਦੀਆਂ ਰਚਨਾਵਾਂ ਸਨ। ਉਹਨਾਂ ਨੂੰ ਆਪਣੀ ਨਾਟਕ ਰਚਨਾ ਕੱਲ੍ਹ ਅੱਜ ਤੇ ਭਲਕ ਲਈ ਸਾਹਿਤ ਅਕਾਦਮੀ ਦਿੱਲੀ ਵਿੱਚੋਂ ਪੁਰਸਕਾਰ ਮਿਲਿਆ। ਉਹਨਾਂ ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਪੁਰਸਕਾਰ ਦੇ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਇਆਪਾ ਕੈਨੇਡਾ ਅਤੇ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਨੇ ਕਰਤਾਰ ਸਿੰਘ ਧਾਲੀਵਾਲ ਸਰਵਸ਼੍ਰੇਸ਼ਟ ਸਾਹਿਤਕਾਰ ਪੁਰਸਕਾਰ ਨਾਲ ਡਾਕਟਰ ਹਰਚਰਨ ਸਿੰਘ ਨੂੰ ਸਨਮਾਨਿਤ ਕੀਤਾ। ਡਾਕਟਰ ਹਰਚਰਨ ਸਿੰਘ ਦਾ ਦੇਹਾਂਤ 12 ਅਪ੍ਰੈਲ 2006 ਨੂੰ ਹੋਇਆ। ਹੁਣ ਬੱਚੇ ਆ ਗਿਆ ਕਿ ਇਕਾਂਗੀ ਬਾਰੇ ਕੀ ਹੈ। ਜਿਹੜੀ ਇਹਨਾਂ ਨੇ ਇਕਾਂਗੀ ਲਿਖੀ ਹੈ ਜ਼ਫ਼ਰਨਾਮਾ, ਉਹ ਅੱਜ ਆਪਾਂ ਪੜ੍ਹਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਤਾਂ ਜਿਹੜੀ ਇਹ ਇਕਾਂਗੀ ਹੈ ਇਹਦਾ ਜਿਹੜਾ ਆਰੰਭ ਹੈ ਮੁਗਲ ਸ਼ਹਿਨਸ਼ਾਹ ਔਰੰਗਜ਼ੇਬ ਦੇ ਆਤਮ ਸੰਵਾਦ ਨਾਲ ਹੋਇਆ। ਉਸ ਨੂੰ ਜਾਪਦਾ ਹੈ ਕਿ ਹਰ ਗੱਲ ਉਸ ਦੀ ਮਰਜ਼ੀ ਦੇ ਖਿਲਾਫ ਹੋ ਰਹੀ ਹੈ। ਖੁਦਾ ਉਸ ਨੂੰ ਭੁੱਲ ਗਿਆ ਹੈ। ਸ਼ਾਹੀ ਮਹਿਲ ਵਿੱਚ ਰੰਗ ਰੰਗ ਦੀਆਂ ਆਵਾਜ਼ਾਂ ਸੁਣਦੀਆਂ ਹਨ। ਉਹ ਗੁੱਸੇ ਵਿੱਚ ਹੈ। ਆਵਾਜ਼ ਸੁਣਾਈ ਦਿੰਦੀ ਹੈ, ਹੱਸਣ ਦੀ ਆਵਾਜ਼ ਸੁਣਾਈ ਦਿੰਦੀ ਹੈ, ਉੱਚੀ ਉੱਚੀ ਬੋਲਣ ਦੀ ਆਵਾਜ਼ ਸੁਣਾਈ ਦਿੰਦੀ ਹੈ। ਔਰੰਗਜ਼ੇਬ ਨੂੰ ਇਸ ਨੂੰ ਕਦੇ ਮੰਨਿਆ ਹੀ ਨਹੀਂ ਸੀ ਕਿ ਜਿਹੜੇ ਰੰਗ ਤਮਾਸ਼ੇ ਹਨ ਜ਼ਿੰਦਗੀ ਵਿੱਚ ਹੁੰਦੇ ਹਨ। ਇਸੇ ਕਰਕੇ ਉਹਨਾਂ ਦਾ ਜਿਹੜਾ ਸੁਭਾਅ ਹੈ ਸਖਤ ਸੀ। ਫਿਰ ਆਵਾਜ਼ ਆਉਂਦੀ ਹੈ, ਇਹ ਉਸਦੇ ਅਹਿਲਕਾਰਾਂ, ਫੌਜਦਾਰਾਂ, ਸੂਬੇਦਾਰਾਂ ਅਤੇ ਹੋਰ ਧਾਰਮਿਕ ਆਗੂਆਂ ਦਾ ਹਾਸਾ, ਜਿਹੜੇ ਉਸ ਦੀ ਮੌਤ ਦਾ ਇੰਤਜ਼ਾਰ ਕਰ ਰਹੇ ਹਨ। ਉਹ ਸ਼ਰਾਬ ਦੇ ਨਸ਼ੇ ਵਿੱਚ ਉਸ ਦੀ ਕਮਜ਼ੋਰੀ ਦਾ ਮਜ਼ਾਕ ਉਡਾ ਰਹੇ ਹਨ। ਔਰੰਗਜ਼ੇਬ ਗੁੱਸੇ ਵਿੱਚ ਆ ਕੇ ਕਹਿੰਦਾ ਹੈ ਕਿ ਇਹ ਇਹਨਾਂ ਸਾਰਿਆਂ ਦੇ ਗ੍ਰਿਫਤਾਰ ਕਰਨ ਦਾ ਹੁਕਮ ਦਿੰਦਾ ਹੈ। ਉਸ ਨੂੰ ਜਾਪਦਾ ਹੈ ਕਿ ਬਾਹਰ ਬਹੁਤ ਖਤਰਨਾਕ ਸ਼ੋਰ ਹੋ ਰਿਹਾ ਹੈ। ਆਵਾਜ਼ ਆਉਂਦੀ ਹੈ, ਮੁਗਲ ਤਖ਼ਤ ਨੂੰ ਹਾਸਿਲ ਕਰਨ ਲਈ ਉਸ ਦੇ ਬੇਟੇ ਆਪਸ ਵਿੱਚ ਲੜ ਰਹੇ ਹਨ। ਉਹਨਾਂ ਨੂੰ ਲੱਗਦਾ ਹੈ ਕਿ ਅਜਿਹਾ ਕਰਕੇ ਉਹਨੇ ਗਲਤੀ ਕੀਤੀ ਹੈ। ਉਹੀ ਗਲਤੀ ਉਹ ਦੁਬਾਰਾ ਦੁਹਰਾਈ ਜਾ ਰਹੀ ਹੈ। ਉੱਚੀ ਉੱਚੀ ਆਵਾਜ਼ਾਂ ਸ਼ਹਿਜ਼ਾਦਿਆਂ ਨੂੰ ਗਲਤੀ ਨਾ ਦੁਹਰਾਉਣ ਲਈ ਕਹਿੰਦਾ ਹੈ। ਆਵਾਜ਼ ਆਉਂਦੀ ਹੈ ਕਿ ਉਸਨੇ 50 ਸਾਲ ਲੋਕਾਂ ਦਾ ਅਮਨ ਚੈਨ ਖੋਇਆ। ਹੁਣ ਉਸਦੇ ਅਮਨ ਦੀ ਕੌਣ ਪਰਵਾਹ ਕਰਦਾ ਹੈ। ਪੰਜਾਬ ਦੇ ਵਿੱਚ ਸਿੰਘ ਸੂਰਮੇ ਫਿਰ ਇਕੱਠੇ ਹੋ ਗਏ ਅਤੇ ਉਹਨਾਂ ਨੇ ਖਿਦਰਾਣੇ ਦੀ ਢਾਬ ਲਾਗੇ ਮੁਗਲ ਫੌਜਾਂ ਨੂੰ ਹਰਾ ਦਿੱਤਾ। ਸਤਨਾਮੀ ਸਾਧੂ ਵੀ ਜ਼ੋਰ ਜ਼ੁਲਮ ਵਿਰੁੱਧ ਆਵਾਜ਼ ਬੁਲੰਦ ਕਰ ਰਹੇ ਹਨ। ਆਪਣੇ ਸੂਬੇਦਾਰ ਹੀ ਉਸਦੇ ਖਿਲਾਫ ਵਿਉਂਤਬੰਦੀ ਕਰ ਰਹੇ ਹਨ। ਉਹ ਖੁਦ ਮੁਗਲ ਸਲਤਨਤ ਦੀ ਇਸ ਹਾਲਤ ਲਈ ਜ਼ਿੰਮੇਵਾਰ ਹੈ।
ਔਰੰਗਜ਼ੇਬ ਕਹਿੰਦਾ ਹੈ ਕਿ ਉਸਨੇ ਪੂਰੀ ਇਮਾਨਦਾਰੀ ਨਾਲ ਆਪਣਾ ਫਰਜ਼ ਨਿਭਾਇਆ ਹੈ। ਉਹ ਆਪਣੀ ਜਿਹੜੀ ਝੂਠੀ ਖੁਸ਼ਾਮਦੀ ਹੈ ਉਸ ਨੂੰ ਸੁਣ ਕੇ ਖੁਸ਼ਵਹਿਮੀ ਵਿੱਚ ਰਿਹਾ ਹੁੰਦਾ ਹੈ। ਅਸਲ ਵਿੱਚ ਹਕੂਮਤ ਦੀਆਂ ਨੀਹਾਂ ਅਸ਼ੋਕ ਤੇ ਅਕਬਰ ਵਾਂਗ ਲੋਕਾਂ ਦੇ ਦਿਲਾਂ ਨੂੰ ਜਿੱਤਣ ਨਾਲ ਪੱਕੀਆਂ ਹੁੰਦੀਆਂ ਹਨ। ਉਸ ਦੇ ਰਾਜ ਵਿੱਚ ਸਾਰੇ ਦੁਖੀ ਹਨ। ਉਸਨੇ ਸਿਰਫ ਕੁਝ ਲੋਕਾਂ ਦੀ ਬਿਹਤਰੀ ਨੂੰ ਹੀ ਧਿਆਨ ਵਿੱਚ ਰੱਖਿਆ ਹੁੰਦਾ ਹੈ। ਇਹ ਜਿਹੜੀ ਇਕਾਂਗੀ 1966 ਵਿੱਚ ਲਿਖੀ ਗਈ ਸੀ। ਚੰਡੀਗੜ੍ਹ ਵਿੱਚ ਹੋਏ ਇਕਾਂਗੀ ਮੁਕਾਬਲਿਆਂ 'ਚ ਇਹ ਇਕਾਂਗੀ ਖੇਡਿਆ ਗਿਆ। ਪਹਿਲੇ ਦਰਜੇ 'ਤੇ ਰਿਹਾ। ਡਾਕਟਰ ਹਰਚਰਨ ਸਿੰਘ ਨੂੰ ਰੰਗਮੰਚ ਦੀ ਬੇਹੱਦ ਸੂਝ ਸੀ, ਡੂੰਘਾ ਅਨੁਭਵ ਪ੍ਰਾਪਤ ਸੀ। ਉਹ ਨਾਟਕ ਲਿਖਦੇ ਹੀ ਨਹੀਂ ਖੇਡਦੇ ਵੀ ਰਹੇ ਸਨ। ਇਸ ਲਈ ਉਹਨਾਂ ਨੂੰ ਨਿਰਮਾਤਾ, ਨਿਰਦੇਸ਼ਕ ਤੇ ਅਭਿਨੇਤਾ ਹੋਣ ਦਾ ਮਾਣ ਹਾਸਲ ਸੀ। ਹੁਣ ਜਿਹੜੀ ਇਹ ਇਕਾਂਗੀ ਆਪਾਂ ਪੜ੍ਹਾਂਗੇ ਬੱਚੇ, ਇਹਦੇ ਵਿੱਚ ਕੀ ਦਿੱਤਾ ਹੋਇਆ ਹੈ। ਕਿਹੋ ਜਿਹਾ ਦ੍ਰਿਸ਼ ਹੈ। ਮੁਗਲ ਸ਼ਹਿਨਸ਼ਾਹ ਔਰੰਗਜ਼ੇਬ ਦਾ ਵਿਸ਼ਾਲ ਪਰ ਸਾਦਾ ਨਿੱਜੀ ਕਮਰਾ। ਔਰੰਗਜ਼ੇਬ ਹੈ ਉਹ ਸ਼ਹਿਨਸ਼ਾਹ ਹੁੰਦਾ ਹੈ। ਜੀਨਤ ਉਨ-ਨਿਸਾ ਉਹਦੀ ਪੁੱਤਰੀ ਹੁੰਦੀ ਹੈ। ਬੇਗਮ ਉਦੈਪੁਰੀ ਔਰੰਗਜ਼ੇਬ ਦੀ ਪਤਨੀ ਹੁੰਦੀ ਹੈ। ਅਜ਼ਦ ਖਾਂ ਸ਼ਾਹੀ ਹਕੀਮ। ਸਮਾਂ ਕਦੋਂ ਦਾ ਹੈ? ਸੰਨ 1706 ਈਸਵੀ ਦਾ। ਸਥਾਨ ਅਹਿਮਦਨਗਰ। ਵਕਤ ਹੈ ਸਵੇਰ ਸਾਰ ਦਾ। ਦ੍ਰਿਸ਼ ਕੀ ਦਿਖਾ ਰਿਹਾ ਕਿ ਉਹਨਾਂ ਦਾ ਖੁਦ ਦਾ ਕਮਰਾ, ਨਿੱਜੀ ਕਮਰਾ। ਕਮਰੇ ਵਿੱਚ ਕੀ ਕੀ ਹੈ? ਆਲਮਗੀਰ ਦਾ ਬਿਸਤਰਾ, ਆਸ-ਪਾਸ ਕੁਝ ਕਿਤਾਬਾਂ, ਸੋਹਣੀ ਜਿਲਦ ਵਾਲਾ ਕੁਰਾਨ ਸ਼ਰੀਫ, ਲਿਖਣ ਦਾ ਸਮਾਨ, ਢਾਲ। ਇਹ ਸਾਰਾ ਉਹਨਾਂ ਨੇ ਸਿਚੁਏਸ਼ਨ, ਸਥਿਤੀ ਦੱਸੀ ਹੋਈ ਹੈ ਕਿ ਕਮਰੇ ਵਿੱਚ ਕਿਸ ਤਰ੍ਹਾਂ ਦੀ ਸਥਿਤੀ ਹੈ। ਹੁਣ ਜਿਹੜੇ ਪਾਤਰ ਨੇ ਬੱਚੇ, ਉਹ ਦੇਖੋ ਕੀ ਗੱਲਾਂ ਬਾਤਾਂ ਕਰਨਗੇ, ਉਸ ਤੋਂ ਆਪਾਂ ਪੜ੍ਹਦੇ ਹਾਂ ਇਕਾਂਗੀ ਵਿੱਚ। ਇਕਾਂਗੀ ਤਾਂ ਜਿਹੜੀ ਵੈਸੇ ਤਾਂ ਆਪਾਂ ਪਾਤਰਾਂ ਦੇ ਅਕੋਰਡਿੰਗ ਪੜ੍ਹਨੀ ਚਾਹੀਦੀ ਹੈ, ਪਰ ਇੱਥੇ ਮੇਰੇ ਕੋਲ ਕੋਈ ਪਾਤਰ ਨਹੀਂ ਹੈ ਤਾਂ ਮੈਂ ਖੁਦ ਹੀ ਸਾਰਿਆਂ ਦਾ ਰੋਲ ਅਦਾ ਕਰੂੰਗੀ। ਕੀ ਹੁੰਦਾ ਹੈ ਕਿ ਜਦੋਂ ਇਕਾਂਗੀ ਖੇਡੀ ਜਾਂਦੀ ਹੈ, ਪਰਦਾ ਉਠਾਉਂਦੇ ਨੇ, ਹਨੇਰੀ ਝੱਖੜ ਦੀ ਆਵਾਜ਼ ਤੇ ਸੁਣਾਈ ਦਿੰਦੀ ਹੈ, ਸਾਂ ਦੀ ਆਵਾਜ਼ ਸੁਣਾਈ ਦਿੰਦੀ ਹੈ। ਹਵਾ ਨਾਲ ਦੋਵੇਂ ਦੀਵਿਆਂ ਦੀਆਂ ਲਾਟਾਂ ਜਿਹੜੀਆਂ ਟਿਮਟਮਾ ਰਹੀਆਂ ਹੁੰਦੀਆਂ। ਔਰੰਗਜ਼ੇਬ ਹੈ, ਮਧਰਾ ਕੱਦ ਹੈ ਉਹਦਾ, ਕਮਜ਼ੋਰ ਲੰਬਾ ਨੱਕ, ਸੁਰਖ ਗੋਰਾ ਰੰਗ, ਗੋਲ ਸਫੇਦ ਦਾੜ੍ਹੀ, ਕੁਤਰੀਆਂ ਹੋਈਆਂ ਲੱਬਾਂ, ਤੇਜ਼ ਭਖਦੀਆਂ ਅੱਖਾਂ, ਉਮਰ ਦੇ ਭਾਰ ਨਾਲ ਝੁਕਿਆ ਹੋਇਆ ਲੱਕ। ਇਹ ਸਾਰੇ ਉਹਦੀਆਂ ਦੱਸੀਆਂ ਹੋਈਆਂ ਨੇ ਕਿ ਉਹਦੇ 'ਚ ਕੀ ਕੀ ਖਾਸੀਅਤ ਹੈ। ਗੱਲ ਸਫੇਦ ਮਲਮਲ ਮੁਗਲ ਢੰਗ ਦਾ ਚੋਗਾ, ਜਿਸ ਦੀਆਂ ਤਨੀਆਂ ਸੱਜੇ ਮੋਢੇ ਹੋਰ ਬੰਨੀਆਂ ਹੁੰਦੀਆਂ। ਸੋਨੇ ਦੀਆਂ ਤਾਰਾਂ ਨਾਲ ਮੜੀ ਹੋਈ ਪਗੜੀ, ਸਿਲਕ ਦੇ ਕਮਰਬੰਦ ਵਿੱਚ ਟੁੰਗਿਆ ਹੋਇਆ ਖੰਜਰ। ਘਬਰਾਹਟ ਤੇ ਇਹ ਕਹਿ ਡਰ ਦੀ ਹਾਲਤ ਵਿੱਚ ਖੜਾ ਹੈ। ਉਸ ਦਾ ਜਿਹੜਾ ਖੱਬਾ ਹੱਥ ਹੈ ਖੰਜਰ ਉੱਤੇ ਹੁੰਦਾ ਹੈ, ਸੱਜਾ ਹੱਥ ਕਿੱਥੇ ਹੁੰਦਾ? ਸੋਟੀ ਸਮੇਤ ਕੰਬ ਰਿਹਾ ਹੁੰਦਾ। ਔਰੰਗਜ਼ੇਬ ਹੁਣ ਕੀ ਕਹਿ ਰਿਹਾ? ਹਰ ਗੱਲ ਮੇਰੀ ਮਰਜ਼ੀ ਦੇ ਖਿਲਾਫ ਹੋ ਰਹੀ ਹੈ। ਕੁਦਰਤ ਹੀ ਕਹਿਰਵਾਨ ਹੋ ਗਈ ਹੈ। ਇਸ ਤਰ੍ਹਾਂ ਲੱਗਦਾ ਹੈ ਕਿ ਖੁਦਾ ਨੇ ਮੈਨੂੰ ਭੁਲਾ ਦਿੱਤਾ। ਇੱਕਦਮ ਕੀ ਹੁੰਦਾ? ਸ਼ੋਕ ਸਾਜ਼ਾਂ ਸਮੇਤ ਨੱਚਣ ਦੀ ਆਵਾਜ਼ ਸੁਣਾਈ ਦਿੰਦੀ ਹੈ। ਔਰੰਗਜ਼ੇਬ ਬੜੀ ਹੈਰਾਨੀ ਨਾਲ ਤੇ ਗੁੱਸੇ ਨਾਲ ਬੋਲਦਾ ਹੈ, ਸ਼ਾਹੀ ਮਹਿਲ ਵਿੱਚ ਨਾਚ? ਕਿਆ ਇਹਨਾਂ ਨੇ ਮੈਨੂੰ ਮੋਇਆ ਖਿਆਲ ਕਰ ਰਿਹਾ? ਬੰਦ ਕਰੋ ਇਹ ਨਾਚ ਔਰ ਸਾਜ਼। ਆਵਾਜ਼ ਆਉਂਦੀ ਹੈ ਬੁੱਢੇ ਬਿਮਾਰ ਬਾਦਸ਼ਾਹ ਦੀ, ਤੂੰ ਜ਼ਿੰਦਗੀ ਤੋਂ ਤੋਰ ਤੇ ਰੋਕਣ ਦੇ ਕਾਬਲ ਨਹੀਂ। ਰਾਗ ਦੀਆਂ ਉੱਚੀ ਉੱਚੀ ਧੁਨਾਂ ਸੁਣਾਈ ਦੇ, ਮਤਲਬ ਉਹ ਉਹਨਾਂ ਨੂੰ ਕਹਿ ਰਹੇ ਨੇ ਔਰੰਗਜ਼ੇਬ ਨੂੰ ਕਿ ਤੂੰ ਇਸ ਦੇ ਕਾਬਲ ਨਹੀਂ ਹੈ। ਔਰੰਗਜ਼ੇਬ ਤਿਲ ਮਿਲਾ ਉੱਠਦਾ ਹੈ। ਜਦੋਂ ਆਪਾਂ ਨੂੰ ਲੱਗਦਾ ਹੈ ਕਿ ਮੈਨੂੰ ਕੋਈ ਗਲਤ ਕਹਿ ਰਿਹਾ ਤਾਂ ਉਹ ਹਿੱਲਣ ਜੁੱਲਣ ਲੱਗ ਜਾਂਦਾ ਗੁੱਸੇ ਨਾਲ। ਇਹ ਕਿਆ ਬਦਤਮੀਜ਼ੀ ਹੈ, ਫੌਰਨ ਬੰਦ ਕਰੋ ਇਹ ਰੰਗ ਰਾਜ। ਸ਼ਾਹੀ ਮਹਿਲ ਔਰ ਦਰਬਾਰ ਵਿੱਚ ਇਸ ਦੀ ਸਖਤ ਮਨਾਹੀ ਹੈ, ਕਿਉਂਕਿ ਉਸਨੂੰ ਇਹ ਚੀਜ਼ਾਂ ਵਧੀਆ ਨਹੀਂ ਲੱਗਦੀਆਂ ਹੁੰਦੀਆਂ, ਇਸ ਕਰਕੇ ਉਹਨੂੰ ਮਨਾ ਕਰ ਰਿਹਾ ਹੈ। ਆਵਾਜ਼ਾਂ ਹੋਰ ਤੇਜ਼ ਹੋ ਜਾਂਦੀਆਂ ਹਨ। ਔਰੰਗਜ਼ੇਬ, ਜ਼ਿੰਦਗੀ ਖੁਦ ਇੱਕ ਰੰਗ ਤਮਾਸ਼ਾ ਹੈ ਜਿਸ ਤੋਂ ਤੂੰ ਮਹਿਰੂਮ ਰਿਹਾ ਹੈ। ਇਸੇ ਵਾਸਤੇ ਤੇਰੀ ਜ਼ਿੰਦਗੀ ਰੰਗਹੀਨ ਤੇ ਤੂੰ ਸਖਤ ਮਿਜਾਜ ਹੈ। ਔਰੰਗਜ਼ੇਬ ਪੋਲੇ ਜਿਹੇ ਹੱਥਾਂ ਨਾਲ ਤਾਲੀ ਵਜਾ ਕੇ ਚੋਬਦਾਰ, ਮਤਲਬ ਉਹ ਕਿਉਂ ਵਜਾਉਂਦੇ ਸੀ ਤਾਲੀ? ਕਿ ਆਪਦੇ ਜਿਹੜੇ ਸੈਨਾ ਸੀ ਉਹਨਾਂ ਨੂੰ ਬੁਲਾਉਂਦੇ ਸਨ। ਹੈਂ, ਕੋਈ ਸੁਣ ਰਿਹਾ? ਘਟੀਆਪਨ ਦਾ ਅਹਿਸਾਸ ਅਨੁਭਵ ਕਰਦਾ ਹੋਇਆ ਕਹਿੰਦਾ ਹੈ, ਕਿਆ ਗਮ ਤੇ ਬਿਮਾਰੀ ਤੇ ਮੈਨੂੰ ਇੰਨਾ ਕਮਜ਼ੋਰ ਕਰ ਦਿੱਤਾ। ਵੀ ਕੀ ਬਿਮਾਰੀ ਲੱਗ ਗਈ ਹੈ ਕਿ ਮੈਨੂੰ ਇੰਨਾ ਕਮਜ਼ੋਰ ਕਰ ਦਿੱਤਾ? ਸ਼ੇਅਰ ਦੇ ਪੜ੍ਹਨ ਪਿੱਛੋਂ ਦਾਦ ਵਿੱਚ ਬਹੁਤ ਸਾਰੇ ਨਸ਼ਈ ਬੰਦੇ ਦੇ ਉੱਚੀ ਉੱਚੀ ਹੱਸਣ ਦੀ ਆਵਾਜ਼ ਸੁਣਾਈ ਦਿੰਦੀ ਹੈ। ਔਰੰਗਜ਼ੇਬ, ਇੰਨਾ ਕੁਫਰ? ਕੌਣ ਨੇ ਇਹ ਲੋਕ ਜੋ ਮੌਤ ਤੇ ਇੰਨੇ ਬੇਖਬਰ ਹਨ? ਆਵਾਜ਼ ਆਉਂਦੀ ਹੈ, ਅਦਨਾ ਸਾ ਇਨਸਾਨ, ਤੂੰ ਨਹੀਂ ਪਛਾਣਦਾ ਉਹ ਖੁਸ਼ੀ ਦੇ ਕਹਿ ਕਹੇ ਨੂੰ? ਕੌਣ ਮਾਰ ਰਹੇ ਹਨ? ਨਹੀਂ, ਕੌਣ ਹਨ ਇਹ ਸ਼ਖਸ? ਉਹ ਪੁੱਛ ਰਿਹਾ ਕਿ ਕੌਣ ਹੈ। ਆਵਾਜ਼, ਇਹ ਹਨ ਤੇਰੇ ਅਹਿਲਕਾਰ, ਫੌਜਦਾਰ, ਸੂਬੇਦਾਰ,
ਉਮਰਾ ਔਰ ਅਲੀਮਾ ਜੋ ਤੇਰੀ ਮੌਤ ਦੀਆਂ ਘੜੀਆਂ ਉਡੀਕ ਰਹੇ ਹਨ। ਉਹ ਸ਼ੇਰੋ ਸ਼ਾਇਰੀ ਨਾਲ ਤੈਨੂੰ ਚਿੜਾ ਰਹੇ ਹਨ ਕਿਉਂਕਿ ਤੂੰ ਸਾਰੀ ਉਮਰ ਇਹਨਾਂ ਨੂੰ ਕੁਫਰ ਦੇ ਠੇਕੇਦਾਰ ਕਹਿੰਦਾ ਰਿਹਾ। ਸ਼ਰਾਬ ਦੇ ਨਸ਼ੇ ਵਿੱਚ ਉਹ ਤੇਰੀ ਕਮਜ਼ੋਰੀ ਦਾ ਮਜ਼ਾਕ ਉਡਾ ਰਹੇ ਹਨ। ਜਿਹੜੀਆਂ ਆਵਾਜ਼ਾਂ ਆ ਰਹੀਆਂ ਸੀ ਉਹ ਇਹਨਾਂ ਨੂੰ ਕਹਿ ਰਹੀਆਂ ਸਨ ਔਰੰਗਜ਼ੇਬ ਇੰਨੀ ਜ਼ਰੂਰਤ, ਇਹਨਾਂ ਨੂੰ ਇਲਮ ਨਹੀਂ, ਸ਼ਰਾਬ ਨੋਸ਼ੀ ਦੀ ਕਰੜੀ ਸਜ਼ਾ ਹੈ, ਮੈਂ ਸਭ ਦੀ ਗ੍ਰਿਫਤਾਰੀ ਦਾ ਹੁਕਮ ਦਿੰਦਾ ਹਾਂ। ਪਿੱਛੋਂ ਫਿਰ ਆਵਾਜ਼ਾਂ ਆਉਂਦੀਆਂ ਉੱਚੀ ਉੱਚੀ, ਇਹ ਤਾਂ ਅੱਗੇ ਹੀ ਬਾਗੀ ਤੇ ਆਕੀ ਹਨ ਤੇਰੇ ਸਖਤ ਵਰਤਾਓ ਕਾਰਨ। ਵੀ ਸਾਰੇ ਉਸ ਦੇ ਖਿਲਾਫ ਹੋਏ ਸਨ। ਕਿਉਂ ਖਿਲਾਫ ਹੋ ਗਏ ਸਨ? ਕਿਉਂਕਿ ਉਹ ਜਿਹੜਾ ਉਹਨਾਂ 'ਤੇ ਇਸ ਤਰ੍ਹਾਂ ਦਾ ਵਿਵਹਾਰ ਕਰਦਾ ਸੀ ਕਿ ਕਿਸੇ ਨੂੰ ਪਸੰਦ ਨਹੀਂ ਆਉਂਦਾ ਸੀ। ਫਿਰ ਕੀ ਹੁੰਦਾ ਹੈ, ਔਰੰਗਜ਼ੇਬ ਡਰ ਜਾਂਦਾ ਹੈ, ਕੰਬਦਾ ਹੋਇਆ ਕਹਿੰਦਾ ਹੈ, ਇਹ ਖਤਰਨਾਕ ਸ਼ੋਰ ਕੌਣ ਕੈਸਾ ਹੈ? ਸੋ ਕਹਿੰਦਾ ਹੈ ਕਿ ਜਿਹੜਾ ਸ਼ੋਰ ਆ ਰਿਹਾ ਉਹ ਕਿਸ ਤਰ੍ਹਾਂ ਦਾ ਹੋ ਰਿਹਾ, ਕਿਉਂ ਆ ਰਿਹਾ? ਆਵਾਜ਼ ਆਉਂਦੀ ਹੈ, ਮੁਗਲ ਤਖਤੋ ਤਾਜ ਲਈ ਤੇਰੇ ਬੇਟਿਆਂ ਵਿੱਚ ਖਾਨਾ ਜੰਗੀ ਸ਼ੁਰੂ ਹੋ ਗਈ। ਕਿ ਇਹ ਜਿਹੜੀ ਆਵਾਜ਼ ਹੈ ਉਹ ਐਂ ਕਹਿ ਰਹੀ ਹੈ ਕਿ ਜਿਹੜੇ ਤੇਰੇ ਬੇਟੇ ਨੇ ਉਹ ਇਸ ਵਿੱਚ ਕਰਕੇ ਲੜ ਰਹੇ ਨੇ ਕਿ ਇਸ 'ਤੇ ਵੀ ਤੇਰੇ ਤੋਂ ਬਾਅਦ ਕੌਣ ਉਹਨਾਂ ਦੀ ਗੁਰਗੱਦੀ ਨੂੰ ਸੰਭਾਲੇਗਾ, ਕਿ ਉਹ ਆਪਸ ਵਿੱਚ ਲੜ ਰਹੇ ਹਨ। ਔਰੰਗਜ਼ੇਬ ਬਹੁਤ ਦੁਖੀ ਹੁੰਦਾ ਅਤੇ ਘਬਰਾਹਟ ਨਾਲ, ਯਾ ਖੁਦਾ, ਇਸ ਗੱਲ 'ਤੇ ਤਾਂ ਮੈਂ ਡਰਦਾ ਸੀ ਕਿ ਮੈਂ ਹਰਗਿਜ਼ ਕੁਛ ਤੋਂ ਕੋਣ ਨਹੀਂ ਹੋਣ ਦਿਆਂਗਾ, ਕਿ ਮੈਂ ਇਸ ਗੱਲ ਤੋਂ ਹਮੇਸ਼ਾ ਡਰਦਾ ਸੀ ਕਿ ਇਸ ਤਰ੍ਹਾਂ ਦਾ ਨਹੀਂ ਹੋਣਾ ਚਾਹੀਦਾ। ਆਵਾਜ਼ ਦਿੰਦਾ, ਬੁੱਢੇ ਬਾਦਸ਼ਾਹ ਭੁੱਲ ਗਿਆ ਹੈ, ਤੂੰ ਵੀ ਆਪਣੇ ਬਾਪ ਸ਼ਾਹਜਹਾਨ ਦੀ ਮੌਤ 'ਤੇ ਇੰਤਜ਼ਾਰ ਨਹੀਂ ਸੀ ਕੀਤੀ? ਕਿ ਮਤਲਬ ਜਿਹੜਾ ਉਹ ਆਵਾਜ਼ ਆ ਰਹੀ ਹੈ ਉਹ ਐਂ ਕਹਿੰਦੀ ਹੈ ਕਿ ਤੂੰ ਵੀ ਤਾਂ ਇਸੇ ਤਰ੍ਹਾਂ ਹੀ ਕੀਤਾ ਸੀ ਕਿ ਜਦੋਂ ਤੂੰ ਆਪਦੇ ਪਿਤਾ ਦੀ ਮੌਤ ਦੀ ਉਡੀਕ ਕਰ ਰਿਹਾ ਸੀ ਕਿ ਉਹ ਕਦੋਂ ਮਰੇ ਅਤੇ ਮੈਂ ਉਸਦਾ ਰਾਜ ਪਾਠ ਹੈ ਜਿਹੜਾ ਸੰਭਾਲ ਲਵਾਂ। ਔਰੰਗਜ਼ੇਬ, ਮੈਂ ਗਲਤੀ 'ਤੇ ਸੀ, ਹਕੂਮਤ ਦੀ ਹਵਸ ਨੇ ਮੈਨੂੰ ਅੰਨਾ ਕਰ ਦਿੱਤਾ। ਉਹ ਆਪਦੀ ਗਲਤੀ ਮੰਨਦਾ ਹੋਇਆ ਕਹਿੰਦਾ ਹੈ ਕਿ ਹਾਂਜੀ ਮੈਂ ਗਲਤੀ ਕੀਤੀ ਸੀ ਉਦੋਂ, ਕਿ ਮੈਨੂੰ ਹਕੂਮਤ ਦੇ ਇੰਨਾ ਸੀਗਾ ਕਿ ਮੈਂ ਇੰਨੀ ਹਵਸ ਸੀ ਕਿ ਮੈਨੂੰ ਉਸ ਦੇ ਵਿੱਚ ਅੰਨਾ ਹੋਣਾ ਪਿਆ। ਆਵਾਜ਼ ਆਉਂਦੀ ਹੈ, ਤੇਰੇ ਬੇਟੇ ਵੀ ਤਾਂ ਤੇਰੀ ਗਲਤੀ ਦੁਹਰਾਉਣਗੇ, ਹੁਣ ਤੇਰੀਆਂ ਨਸੀਹਤਾਂ ਨਹੀਂ, ਤੇਰੇ ਅਮਲ ਉਹਨਾਂ ਦੇ ਕਦਮਾਂ ਦੀ ਰਹਿਬਰੀ ਕਰਨਗੇ। ਮਤਲਬ ਕਹਿ ਰਹੇ ਨੇ ਕਿ ਆਵਾਜ਼ ਕਹਿ ਰਹੀ ਹੈ ਕਿ ਜਿਹੜੀ ਗਲਤੀ ਤੂੰ ਕੀਤੀ ਹੈ ਉਹੀ ਗਲਤੀ ਤੇਰੇ ਪੁੱਤਰ ਕਰ ਰਹੇ। ਉਹ ਗੁੰਮਰਾਹ ਸ਼ਹਿਜ਼ਾਦਿਓ, ਮੇਰੀ ਗਲਤੀ ਹਰਗਿਜ਼ ਨਾ ਦੁਹਰਾਓ। ਉਹ ਆਪਦੇ ਪੁੱਤਰਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਮੇਰੀ ਗਲਤੀ ਬਿਲਕੁਲ ਨਾ ਦੁਹਰਾਓ। ਹਮੇਸ਼ਾ ਲਈ ਮੈਂ ਮਨ ਅਤੇ ਰੂਹ ਦਾ ਚੈਨ ਗਵਾ ਬੈਠਾ ਕਿ ਜੇ ਮੈਂ ਇਹ ਗਲਤੀ ਕੀਤੀ ਹੈ ਅਤੇ ਆਪਣੇ ਮਨ ਦਾ ਅਤੇ ਆਪਣੀ ਆਤਮਾ ਦਾ ਜਿਹੜਾ ਚੈਨ ਹੈ ਉਹ ਗਵਾ ਚੁੱਕਿਆ ਹਾਂ। ਉਹ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ, ਤੂੰ 50 ਸਾਲ ਪ੍ਰਜਾ ਦੇ ਮਨ ਦਾ ਚੈਨ ਖੋਇਆ ਹੈ, ਹੁਣ ਤੇਰੇ ਅਮਨ ਦੀ ਕੌਣ ਪਰਵਾਹ ਕਰਦੀ? ਆਵਾਜ਼ ਆਉਂਦੀ ਹੈ, ਉਹ ਕਹਿੰਦੀ ਹੈ ਕਿ ਤੂੰ ਜਿਹੜਾ ਕੁਛ ਗਲਤ ਕੰਮ ਕੀਤਾ ਹੈ ਉਸ ਦੇ ਨਾਲ ਜਿਹੜੀ ਤੇਰੀ ਪ੍ਰਜਾ ਹੈ ਉਹ ਬਿਲਕੁਲ ਮਤਲਬ ਸੁਖੀ ਨਹੀਂ ਹੈ, ਉਹ ਤੇਰੇ ਤੋਂ ਦੁਖੀ ਹੈ ਅਤੇ ਤੂੰ ਹੁਣ ਸੁਖੀ ਹੋਣ ਦੀ ਪਰਵਾਹ ਕਰਦਾ ਹੈ। ਇਹ ਗਲਤ ਗੱਲ ਹੈ। ਦੂਰੋਂ ਸਤਿ ਸ੍ਰੀ ਅਕਾਲ ਦੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਹਨ, ਹੈਂ ਇਹ ਕੈਸੇ ਖੌਫਨਾਕ ਨਾਅਰੇ ਹਨ? ਆਵਾਜ਼ ਫਿਰ ਆਉਂਦੀ ਹੈ, ਔਰੰਗਜ਼ੇਬ, ਇਹ ਜਿੱਤ ਦੇ ਜੈਕਾਰੇ ਹਨ। ਪੰਜਾਬ ਵਿੱਚ ਸਿੰਘ ਸੂਰਮੇ ਫਿਰ ਗੁਰੂ ਦੇ ਝੰਡੇ ਥੱਲੇ ਇਕੱਠੇ ਹੋ ਗਏ। ਖਿਦਰਾਨੇ ਦੀ ਢਾਬ ਲਾਗੇ ਮੁਗਲ ਫੌਜਾਂ ਨੂੰ ਸ਼ਿਕਸਤ ਦੇ ਚੁੱਕੇ ਹਨ। ਫਿਰ ਨਾਅਰੇ ਸੁਣਾਈ ਦਿੰਦੇ ਆ, ਬਜਰੰਗ ਬਲੀ, ਹਰ ਹਰ ਮਹਾਦੇਵ ਦੇ ਨਾਅਰੇ ਸੁਣਾਏ। ਓਹੋ, ਇਹ ਤਾਂ ਬੜੇ ਹੀ ਅਜੀਬ ਨਾਅਰੇ ਹਨ। ਆਵਾਜ਼ ਆਉਂਦੀ ਹੈ, ਸਤਨਾਮੀ ਸਾਧੂ ਵੀ ਜ਼ੋਰ ਜ਼ੁਲਮ ਵਿਰੁੱਧ ਆਵਾਜ਼ ਬੁਲੰਦ ਕਰ ਰਹੇ ਹਨ, ਲੋਕਾਂ ਨੂੰ ਜਗਾ ਰਹੇ ਹਨ ਕਿ ਲੋਕਾਂ ਨੂੰ ਕੀ ਕਰਨਾ ਚਾਹੀਦਾ ਹੈ। ਔਰੰਗਜ਼ੇਬ ਹੋਰ ਡਰ ਜਾਂਦਾ ਹੈ, ਆਹ ਨਾਅਰੇ ਤਾਂ ਬਿਲਕੁਲ ਨਜ਼ਦੀਕ ਸੁਣਾਈ ਦੇ ਰਹੇ ਵੀ ਉਹ ਸੋਚਦਾ ਕਿ ਵੀ ਇਹ ਜਿਹੜੇ ਨਾਅਰੇ ਆ ਤਾਂ ਉਹ ਤਾਂ ਬਿਲਕੁਲ ਨੇੜੇ ਆ ਰਹੇ ਨੇ ਮੇਰੇ। ਆਵਾਜ਼, ਮਹਾਰਾਸ਼ਟਰ ਦਾ ਬੱਚਾ ਮੁਗਲਾਂ ਨੂੰ ਦੱਖਣ ਵਿੱਚੋਂ ਕੱਢਣ ਲਈ ਉੱਠ ਖੜਾ ਹੋਇਆ ਹੈ। ਕਿ ਜਿਹੜਾ ਇੱਥੋਂ ਦਾ ਬੱਚਾ ਉਹ ਵੀ ਚਾਹੁੰਦਾ ਹੈ ਕਿ ਮੁਗਲ ਹੈ ਜਿਹੜੇ ਉਹ ਇੱਥੋਂ ਨਿਕਲ ਜਾਣ। ਔਰੰਗਜ਼ੇਬ, ਦਿੱਲੀ ਤੋਂ ਭਾਰੀ ਫੌਜ ਮੰਗਵਾ ਕੇ ਇਹਨਾਂ ਦੀ ਬਗਾਵਤ ਦਾ ਕੁਚਲ ਦੇਵਾਂਗਾ। ਉਹ ਕਿਆ ਸੋਚਦਾ ਕਿ ਮੈਂ ਦਿੱਲੀ ਤੋਂ ਭਾਰੀ ਫੌਜ ਮੰਗਾਊਂਗਾ ਅਤੇ ਇਹਨਾਂ ਦੀ ਬਗਾਵਤ ਨੂੰ ਕੁਚਲ ਦੇਵਾਂਗਾ। ਆਵਾਜ਼ ਆਉਂਦੀ ਹੈ, ਸ਼ੁਮਾਲੀ ਹਿੰਦੁਸਤਾਨ ਵਿੱਚ ਤਾਂ ਅੱਗੇ ਤਾਂ ਕੋਈ ਸੂਬੇਦਾਰ ਹੁਕੂਮਤ ਦਾ ਜੂਲਾ ਲਾਹ ਦੇਣ ਦੀਆਂ ਗੋਂਦਾਂ ਗੁੰਦ ਰਹੇ ਨੇ। ਉਹ ਸੋਚ ਰਹੇ ਨੇ ਕਿ ਇਹਨਾਂ ਨੂੰ ਖ਼ਤਮ ਹੀ ਕਰ ਦਿੱਤਾ ਜਾਵੇ। ਔਰੰਗਜ਼ੇਬ, ਜਿਉਂਦੇ ਜੀ ਮੈਂ ਮੁਗਲ ਹਕੂਮਤ ਨੂੰ ਹਰਗਿਜ਼ ਕਮਜ਼ੋਰ ਨਹੀਂ ਹੋਣ ਦਿਆਂਗਾ। ਉਹ ਕਹਿੰਦਾ ਹੈ ਕਿ ਜਿਹੜੀ ਮੁਗਲ ਹਕੂਮਤ ਹੈ ਮੈਂ ਉਸ ਨੂੰ ਬਿਲਕੁਲ ਕਮਜ਼ੋਰ ਨਹੀਂ ਹੋਣ ਦੇਵਾਂਗਾ ਜਿੰਨੀ ਦੇਰ ਮੈਂ ਜਿਉਂਦਾ ਹਾਂ। ਮੁਗਲ ਸਲਤਨਤ ਤਾਂ ਅੱਗੇ ਹੀ ਤੇਰੇ ਵਾਂਗ ਬੁੱਢੀ ਅਤੇ ਜਰਜਰੀ ਹੋ ਚੁੱਕੀ ਹੈ, ਤੂੰ ਉਸ ਦੀਆਂ ਜੜ੍ਹਾਂ ਖੋਖਲੀਆਂ ਕਰਨ ਦਾ ਜ਼ਿੰਮੇਵਾਰ ਹੈ। ਉਹ ਆਵਾਜ਼ ਕਹਿ ਰਹੀ ਹੈ ਉਹਨੂੰ ਕਿ ਤੂੰ ਜਿਹੜੀਆਂ ਮੁਗਲ ਸਲਤਨਤ ਦੀਆਂ ਜੜ੍ਹਾਂ ਨੇ ਉਹ ਤੇਰੇ ਵਾਂਗ ਬੁੱਢੀਆਂ ਹੋ ਚੁੱਕੀਆਂ ਨੇ, ਅਤੇ ਉਹਨਾਂ ਦੀਆਂ ਜੜ੍ਹਾਂ ਨੂੰ ਤੂੰ ਖੋਖਲੀਆਂ ਕਰ ਦਿੱਤੀਆਂ, ਅਤੇ ਉਸ ਦਾ ਜ਼ਿੰਮੇਵਾਰ ਤੂੰ ਹੀ ਹੈ। ਉਹ ਕਹਿੰਦਾ ਹਰਗਿਜ਼ ਨਹੀਂ, ਪੂਰੇ 48 ਸਾਲ ਮੈਂ ਇਸ ਨੂੰ ਮਜ਼ਬੂਤ ਬਣਾਉਣ ਲਈ ਦਿਨ ਰਾਤ ਕੀਤਾ। ਉਹ ਕਹਿੰਦਾ ਕਿ ਮੈਂ 48 ਸਾਲ ਦਿੱਤੇ ਨੇ ਇਸ ਨੂੰ ਕਿ ਇਹਨੂੰ ਮੈਂ ਮਜ਼ਬੂਤ ਬਣਾ ਸਕਾਂ।
ਕਦੇ ਫਰਜ਼ ਤੋਂ ਕੋਤਾਹੀ ਨਹੀਂ ਕੀਤੀ। ਰੱਬ ਉਗਾਹ ਹੈ, ਮੈਂ ਮਿਹਨਤ ਹਾਂ, ਦਿਆਨਤਾਰੀ ਹੁੰਦਾ ਇਮਾਨਦਾਰੀ ਅਤੇ ਸੱਚਾਈ ਨਾਲ ਆਪਣਾ ਫਰਜ਼ ਨਿਭਾਇਆ ਹੈ। ਉਹ ਆਪਦੇ ਆਪ ਨੂੰ ਇਹ ਸਮਝਦਾ ਹੈ ਕਿ ਮੈਂ ਇਮਾਨਦਾਰੀ ਨਾਲ ਸਾਰਾ ਕੰਮ ਕੀਤਾ ਹੈ ਅਤੇ ਬਹੁਤ ਮਿਹਨਤ ਕੀਤੀ ਹੈ। ਫਿਰ ਆਵਾਜ਼ ਆਉਂਦੀ ਹੈ, ਤੂੰ ਖੁਸ਼ਾਮਦੀ ਲੋਕਾਂ ਅਤੇ ਆਲਮਗੀਰ ਜ਼ਿੰਦਾਬਾਦ ਦੇ ਨਾਅਰੇ ਸੁਣ ਕੇ ਖੁਸ਼ਫਹਿਮੀ ਵਿੱਚ ਰਿਹਾ ਹੈ ਕਿ ਉਦੋਂ ਸੋਚਦਾ ਸੀ ਕਿ ਤੈਨੂੰ ਲੋਕ ਐਂ ਕਹਿੰਦੇ ਸੀ ਕਿ ਜ਼ਿੰਦਾਬਾਦ ਜ਼ਿੰਦਾਬਾਦ, ਪਰ ਤੂੰ ਕੀ ਜਾਣਦਾ ਹੈ ਕਿ ਹਕੂਮਤ ਦੀਆਂ ਨੀਹਾਂ ਕੌਣ ਪੱਕੀਆਂ ਕਰਦਾ ਹੈ? ਵੀ ਜਿਹੜੀਆਂ ਇਹਨਾਂ ਦੀਆਂ ਨੀਹਾਂ ਨੇ ਕੌਣ ਪੱਕੀਆਂ ਕਰਦਾ ਹੈ? ਹੁਕਮਰਾਨ ਦੇ ਮਜ਼ਬੂਤ ਹੱਥ ਔਰ ਪੁਖਤਾ ਇਰਾਦਾ, ਕਿ ਜਿਹੜਾ ਉਹਦਾ ਇਰਾਦਾ ਜੇਕਰ ਉਹਦਾ ਪੱਕਾ ਹੈ ਤਾਂ ਉਹੀ ਹੈ ਜਿਹੜੇ ਉਸ ਨੂੰ ਪੱਕਾ ਕਰਦੇ ਹਨ। ਨਹੀਂ, ਤੂੰ ਭੁਲੇਖੇ ਵਿੱਚ ਹੈ। ਅਸ਼ੋਕ ਤੇ ਅਕਬਰ ਵਾਂਗ ਲੋਕਾਂ ਦੇ ਦਿਲਾਂ ਨੂੰ ਜਿੱਤਣ ਨਾਲ ਰਾਜ ਦੀਆਂ ਨੀਹਾਂ ਪੱਕੀਆਂ ਨਹੀਂ ਹੁੰਦੀਆਂ ਕਿ ਜੇ ਆਪਾਂ ਦਿਲਾਂ ਨੂੰ ਲੋਕਾਂ ਉਹਦੇ ਨਾਲ ਰਾਜ ਦੀਆਂ ਨੀਹਾਂ ਪੱਕੀਆਂ ਹੁੰਦੀਆਂ। ਉਹਦੇ ਨਾਲ ਕੀ ਹੋਣਾ ਚਾਹੀਦਾ? ਸਿੱਖ, ਮਰਾਠੇ, ਰਾਜਪੂਤ, ਸੰਤ, ਸਾਧੂ, ਸ਼ੀਆ, ਸੂਫੀ, ਕੁੱਲ ਹਿੰਦੂ ਤੇਰੀ ਹਕੂਮਤ ਤੋਂ ਦੁਖੀ ਹੈ, ਕਿ ਸਾਰੇ ਲੋਕ ਹੀ ਤੇਰੇ ਤੋਂ ਦੁਖੀ ਹਨ। ਜਾਤੀ ਤੇਰੀ ਹਕੂਮਤ ਤੋਂ ਦੁਖੀ ਹੈ। ਸਾਰੀ ਜਿਹੜੀ ਜਾਤੀ ਹੈ, ਹਿੰਦੂ ਜਾਤੀ ਹੈ, ਉਹ ਤੇਰੇ ਤੋਂ ਬਹੁਤ ਜ਼ਿਆਦਾ ਦੁਖੀ। ਉਹ ਕਹਿੰਦਾ ਕਿ ਮੈਂ ਤਾਂ ਦੀਨ ਈਮਾਨ ਨਾਲ ਆਵਾਜ਼ ਅਤੇ ਬਿਹਤਰੀ ਲਈ ਹਰ ਮੁਮਕਿਨ ਕੋਸ਼ਿਸ਼ ਕੀਤੀ ਹੈ ਕਿ ਮੈਂ ਉਹਨਾਂ ਦੇ ਦਿਲ ਨੂੰ ਜਿੱਤ ਸਕਾਂ। ਸਿਰਫ ਮੁੱਠੀ ਭਰ ਲੋਕਾਂ ਦੀ ਬਿਹਤਰੀ ਨੂੰ ਸਾਹਮਣੇ ਰੱਖਿਆ ਹੈ। ਕਹਿੰਦਾ ਸਿਰਫ ਤੂੰ ਥੋੜ੍ਹੇ ਜਿਹੇ ਲੋਕਾਂ ਨੂੰ ਹੀ ਖੁਸ਼ ਕੀਤਾ, ਬਾਕੀਆਂ ਦਾ ਸਾਰਿਆਂ ਨੂੰ ਦੁਖੀ ਕੀਤਾ ਹੈ। ਔਰੰਗਜ਼ੇਬ ਹੈ ਜਿਹੜਾ ਮਾਨਸਿਕ ਧੱਕੇ ਨਾਲ ਡਿੱਗਣ ਲੱਗਦਾ ਹੈ, ਪਰ ਜੀਨਤ ਉਸ ਨੂੰ ਹੱਥਾਂ 'ਚ ਬੋਝਦੀ ਹੈ। ਜੀਨਤ, ਅੱਬਾ ਜਾਨ ਅੱਬਾ ਜਾਨ। ਜੀਨਤ ਉਸਦੀ ਬੇਟੀ ਹੈ, ਉਹ ਆ ਕੇ ਸੰਭਾਲਦੀ ਹੈ। ਮੈਨੂੰ ਨਾ ਮਾਰੋ, ਦੁੱਖ ਹੋਰ ਗਮ ਨਾਲ ਮੈਂ ਅੱਗੇ ਹੀ ਮਰਿਆ ਹੋਇਆ ਹਾਂ। ਉਹ ਆਪਦੇ ਆਪ ਨੂੰ ਛੁਡਾ ਕੇ ਕਹਿੰਦਾ ਕਿ ਮੈਨੂੰ ਨਾ ਮਾਰੋ, ਕਿ ਮੈਨੂੰ ਦੁੱਖ ਪਹਿਲਾਂ ਹੀ ਮੈਨੂੰ ਜਿਹੜਾ ਦੁੱਖ ਹੈ ਇੰਨਾ ਲੱਗਿਆ ਹੋਇਆ, ਗਮ ਨੇ ਮੈਨੂੰ ਮਾਰ ਦਿੱਤਾ। ਜੀਨਤ ਕਹਿੰਦੀ ਅੱਬਾ ਜਾਨ ਮੈਂ ਹਾਂ ਆਪਦੀ ਬੇਟੀ ਜੀਨਤ। ਔਰੰਗਜ਼ੇਬ ਨੂੰ ਇਸ ਤਰ੍ਹਾਂ ਲੱਗਦਾ ਕਿ ਮੈਨੂੰ ਕੋਈ ਮਾਰਨ ਆਇਆ ਹੈ, ਪਰ ਉਸਦੀ ਜਿਹੜੀ ਬੇਟੀ ਹੈ ਉਸ ਨੂੰ ਬਚਾਉਂਦੀ ਹੈ। ਮੈਨੂੰ ਮਾਰਨ ਦਾ ਤੁਹਾਨੂੰ ਕੀ ਫਾਇਦਾ ਹੋਏਗਾ? ਔਰੰਗਜ਼ੇਬ ਤਾਂ ਕਹਿੰਦਾ ਮੈਨੂੰ ਮਾਰਨ 'ਤੇ ਤੁਹਾਨੂੰ ਕੋਈ ਫਾਇਦਾ ਨਹੀਂ ਹੋਏਗਾ। ਅੱਬਾ ਹੋਸ਼ ਵਿੱਚ ਆਓ, ਆਪਦੀ ਪਿਆਰੀ ਬੇਟੀ ਜੀਨਤ ਤੋਂ ਬਿਨਾਂ ਹੋਰ ਕੋਈ ਇੱਥੇ ਨਹੀਂ। ਔਰੰਗਜ਼ੇਬ ਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਕੋਈ ਉਸ ਨੂੰ ਮਾਰਨ ਆ ਰਿਹਾ ਹੈ, ਪਰ ਜਿਹੜੀ ਜੀਨਤ ਹੈ ਉਸਦੀ ਬੇਟੀ ਉਸ ਨੂੰ ਸਮਝਾ ਰਹੀ ਹੈ ਕਿ ਇੱਥੇ ਮੇਰੇ ਤੋਂ ਇਲਾਵਾ ਹੋਰ ਕੋਈ ਨਹੀਂ ਹੈ। ਔਰੰਗਜ਼ੇਬ ਅੱਧ ਹੋਸ਼ੀ ਦੇ ਵਿੱਚ, ਠੀਕ ਹੈ ਤੂੰ ਕੋਈ ਬੇਟਾ ਹੈ ਜੋ ਮੇਰੇ ਖੂਨ ਦੀ ਪਿਆਸੀ ਹੋਵੇਂਗੀ। ਕਿ ਉਹ ਸੋਚਦਾ ਹੈ ਕਿ ਜਿਹੜੇ ਬੇਟੇ ਆ ਉਹ ਹੀ ਸਿਰਫ ਖੂਨ ਦੇ ਪਿਆਸੇ ਹੁੰਦੇ, ਤੂੰ ਤਾਂ ਬੇਟੀ ਹੈ, ਤੂੰ ਕਿਵੇਂ ਹੋ ਸਕਦੀ ਹੈ? ਜੀਨਤ, ਅੱਬਾ ਹਰ ਬੇਟੀ ਬਾਪ ਦਾ ਭਲਾ ਚਾਹੁੰਦੀ ਹੈ। ਉਹ ਦੱਸਦੀ ਹੈ ਕਿ ਕੋਈ ਵੀ ਕੁੜੀ ਹੈ ਉਹ ਹਮੇਸ਼ਾ ਆਪਣੇ ਬਾਪ ਦਾ ਭਲਾ ਹੀ ਚਾਹੁੰਦੀ ਹੈ। ਔਰੰਗਜ਼ੇਬ ਜਦੋਂ ਹੋਸ਼ ਵਿੱਚ ਆਉਂਦਾ, ਕੌਣ ਬੇਟੀ ਜੀਨਤ, ਤੂੰ ਬਿਨਾਂ ਇਜਾਜ਼ਤ ਅੰਦਰ ਕਿਉਂ ਆਈ? ਅੱਬਾ ਜਾਨ ਤੁਹਾਡੀਆਂ ਚੀਖਾਂ ਸੁਣ ਕੇ ਮੈਂ ਰਹਿ ਨਾ ਸਕੀ। ਉਹ ਕਹਿੰਦਾ ਹੈ ਕਿ ਵੀ ਜਦੋਂ ਤੁਸੀਂ ਚੀਕਾਂ ਮਾਰ ਰਹੇ ਸੀ ਇਸ ਕਰਕੇ ਮੈਂ ਅੰਦਰ ਆ ਗਈ, ਮੇਰੇ ਤੋਂ ਰਿਹਾ ਨਹੀਂ ਗਿਆ। ਉਹ ਕਹਿੰਦਾ ਚੀਕਾਂ, ਮੈਂ ਚੀਕਾਂ ਮਾਰੀਆਂ ਸਨ? ਉਹਨੂੰ ਕੁਝ ਯਾਦ ਨਹੀਂ ਆ ਰਿਹਾ ਸੀ। ਅੱਬਾ ਜਾਨ ਮੈਦਾਨੇ ਜੰਗ ਵਿੱਚ ਤੁਸੀਂ ਨਮਾਜ਼ ਦਾ ਵਕਤ ਨਹੀਂ ਸੀ ਖੁੰਝਾਇਆ। ਉਹ ਕਹਿੰਦੀ ਹੈ ਕਿ ਜਦੋਂ ਤੁਸੀਂ ਲੜਾਈ ਵੀ ਕਰਨ ਜਾਂਦੇ ਸੀ ਨਾ, ਉਦੋਂ ਵੀ ਤੁਸੀਂ ਨਮਾਜ਼ ਪੜ੍ਹਦੇ ਹੁੰਦੇ ਸੀ, ਕਦੇ ਵੀ ਉਸ ਦਾ ਟਾਈਮ ਨਹੀਂ ਉਹ ਕੀਤਾ ਸੀ, ਪਰ ਅੱਜ ਕਿਵੇਂ ਤੁਸੀਂ ਭੁੱਲ ਗਏ? ਕਿਆ ਫਰਜ਼ ਦੀ ਨਮਾਜ਼ ਦਾ ਵਕਤ ਹੋ ਚੁੱਕਿਆ ਹੈ? ਉਹ ਕਹਿੰਦਾ ਯਾਦ ਕਰਕੇ ਕਹਿੰਦਾ ਕਿ ਹਾਂਜੀ ਹੋ ਗਿਆ। ਜੀਨਤ ਕਹਿੰਦੀ ਅੱਜ ਮੈਨੂੰ ਨਿਹਾਇਤ ਖੌਫਨਾਕ ਖ਼ਾਬ ਆਇਆ। ਉਹਦੀ ਕੋਈ ਲੜਕੀ ਕਹਿੰਦੀ ਹੈ ਕਿ ਮੈਨੂੰ ਇੱਕ ਦਰਦਨਾਕ ਹੈ ਜਿਹੜਾ ਸੁਪਨਾ ਆਇਆ। ਐਸੀ ਡਰਾਉਣੀ ਰਾਤ, ਤੋਬਾ ਸਾਰੀ ਰਾਤ ਇੱਕ ਪਲ ਨਹੀਂ ਸੀ ਸੋ ਸਕਿਆ। ਯਾ ਮੇਰੇ ਅੱਲਾ ਰਹਿਮ ਕਰ, ਮਤਲਬ ਉਹ ਆਪਣੇ ਪਰਮਾਤਮਾ ਨੂੰ ਯਾਦ ਕਰਕੇ ਕਹਿੰਦਾ ਹੈ ਕਿ ਮੈਨੂੰ ਪਰਮਾਤਮਾ ਮਿਹਰ ਕਰ। ਅੱਬਾ ਜਾਨ ਤੁਸੀਂ ਜ਼ਿਆਦਾ ਹੀ ਫਿਕਰ ਕਰਦੇ ਹੋ। ਸੁਪਨਾ ਕੀ ਸੀ? ਬੇਟੀ ਦੱਸਣ ਵਾਲੀ ਗੱਲ ਨਹੀਂ, ਪਹਿਲਾਂ ਮੈਨੂੰ ਮਸਜਿਦ ਤੱਕ ਲੈ ਚੱਲ, ਫਿਰ ਮੈਂ ਇਬਾਦਤ ਕਰਾਂਗਾ, ਮੇਰੇ ਮਨ ਨੂੰ ਚੈਨ ਮਿਲੇ। ਉਹ ਕਹਿੰਦਾ ਕਿ ਦੱਸਣ ਵਾਲੀ ਕੋਈ ਇਹਦੇ ਵਿੱਚ ਗੱਲ ਨਹੀਂ ਹੈ, ਪਹਿਲਾਂ ਮੈਨੂੰ ਭਗਵਾਨ ਦੇ ਕੋਲ ਮਸਜਿਦ ਕੋਲ ਲੈ ਜਾ ਤਾਂ ਕਿ ਮੈਂ ਇਬਾਦਤ ਕਰ ਸਕਾਂ, ਪਰਮਾਤਮਾ ਦਾ ਨਾਮ ਲੈ ਸਕਾਂ। ਜੀਨਤ ਉਹਨੂੰ ਲੈ ਜਾਂਦੀ ਹੈ। ਬੇਟੀ ਹੋਰ ਵੀ ਕਿਸੇ ਨੂੰ ਮੇਰੀ ਹਾਲਤ ਦਾ ਪਤਾ ਲੱਗਿਆ? ਔਰੰਗਜ਼ੇਬ ਉਹਨੂੰ ਲੱਗਦਾ ਹੈ ਕਿ ਇਹ ਮੇਰੀ ਜਿਹੜੀ ਇਹ ਹਾਲਤ ਹੈ ਹੋਰ ਵੀ ਕਿਸੇ ਨੂੰ ਪਤਾ ਚੱਲਿਆ, ਉਹ ਆਪਣੀ ਬੇਟੀ ਤੋਂ ਪੁੱਛ ਰਿਹਾ। ਜੀਨਤ ਕਹਿੰਦੀ ਡਰਦੀ, ਅੰਮੀ ਬੇਗਮ ਨੇ ਹੀ ਮੈਨੂੰ ਜਗਾਇਆ ਸੀ, ਉਹਨਾਂ ਨੇ ਤਾਂ ਸ਼ਾਹੀ ਹਕੀਮ ਨੂੰ ਵੀ ਬੁਲਾ ਲਿਆ, ਭੇਜਿਆ। ਕਿ ਜਿਹੜੀ ਮੇਰੀ ਮਾਤਾ ਹੈ ਉਹਨਾਂ ਨੂੰ ਵੀ ਸ਼ਾਇਦ ਪਤਾ ਲੱਗਿਆ, ਉਹਨਾਂ ਨੇ ਮੈਨੂੰ ਜਗਾਇਆ ਸੀ ਅਤੇ ਉਹਨਾਂ ਨੇ ਜਿਹੜਾ ਸ਼ਾਹੀ ਹਕੀਮ ਹੈ ਉਹਨਾਂ ਨੂੰ ਬੁਲਾਉਣ ਵਾਸਤੇ ਭੇਜ ਦਿੱਤਾ। ਬੇਗਮ ਮੇਰੀ ਆਦਤ ਤੋਂ ਵਾਕਫ ਹੈ, ਉਸਨੇ ਕਿਉਂ ਹਕੀਮ ਨੂੰ ਬੁਲਾਇਆ? ਉਹਨੂੰ ਪਤਾ ਹੈ ਕਿ ਮੈਂ ਕਿਸ ਤਰ੍ਹਾਂ ਕਰਦਾ ਹਾਂ, ਉਸਨੇ ਹਕੀਮ ਨੂੰ ਕਿਉਂ ਬੁਲਾਇਆ? ਔਰੰਗਜ਼ੇਬ ਉਹਨੂੰ ਕਹਿ ਰਿਹਾ। ਅੱਬਾ ਜਾਨ ਆਪਦੀ ਹਾਲਤ ਦੇਖ ਕੇ ਕੰਧਾਂ ਵੀ ਕੰਬ ਰਹੀਆਂ ਸਨ। ਮੈਂ ਖੁਦ ਵੀ ਜ਼ਿੰਦਗੀ 'ਚ ਇੰਨਾ ਕਦੇ ਨਹੀਂ ਡਰਿਆ, ਮੈਂ ਸਾਰਾ ਵਜੂਦ ਕੰਬ ਗਿਆ ਹੈ, ਛੇਤੀ ਚਲੋ। ਔਰੰਗਜ਼ੇਬ ਖੁਦ ਮੰਨਦਾ ਹੈ ਕਿ ਮੈਂ ਬਹੁਤ ਜ਼ਿਆਦਾ ਡਰ ਗਿਆ ਸੀ ਅਤੇ ਮੇਰਾ ਇਹਦੇ ਨਾਲ ਵਜੂਦ ਵੀ ਡਰ ਚੁੱਕਿਆ। ਉਹਨਾਂ ਦੇ ਜਾਣ ਪਿੱਛੋਂ ਬਜ਼ੁਰਗ ਬੇਗਮ ਉਦੈਪੁਰੀ, ਔਰੰਗਜ਼ੇਬ ਦੀ ਇਤਾਲਵੀ ਤੀਜੀ ਬੀਵੀ ਸ਼ਹਿਜ਼ਾਦਾ ਕਾਮ
ਬਖਸ਼ ਦੀ ਮਾਂ, ਜਿਸ ਨੂੰ ਔਰੰਗਜ਼ੇਬ ਸਭ ਤੋਂ ਵੱਧ ਚਾਹੁੰਦਾ ਸੀ, ਜਿਸ ਨੇ ਪਿਛਲੀ ਉਮਰ ਵਿੱਚ ਉਸ ਦੀ ਬਹੁਤ ਸੇਵਾ ਕੀਤੀ, ਡਰਦੀ ਡਰਦੀ ਅੰਦਰ ਦਾਖਲ ਹੁੰਦੀ ਹੈ। ਫਿਰ ਕੀ ਹੁੰਦਾ ਹੈ, ਬੇਗਮ ਉਦੈਪੁਰੀ ਆਉਂਦੀ ਹੈ ਅਤੇ ਕਹਿੰਦੀ ਹੈ ਹਕੀਮ ਸਾਹਿਬ ਅੰਦਰ ਆ ਜਾਓ। ਹਕੀਮ ਸਾਹਿਬ ਨੂੰ ਬੁਲਾ ਕੇ ਲੈ ਕੇ ਆਉਂਦੀ ਹੈ। ਸ਼ਾਹੀ ਹਕੀਮ ਆਦਾਬ ਅਰਜ਼ ਬੇਗਮ, ਮਤਲਬ ਉਹਨੂੰ ਸਲਾਮ ਕਰਦਾ ਔਰੰਗਜ਼ੇਬ ਨੂੰ। ਅਤੇ ਜਹਾਂਪਨਾ ਨਜ਼ਰ ਨਹੀਂ ਆ ਰਹੇ, ਉਹ ਇੱਧਰ ਉੱਧਰ ਦੇਖਦਾ ਕਿ ਇੱਥੇ ਤਾਂ ਕੋਈ ਨਜ਼ਰ ਹੀ ਨਹੀਂ ਆ ਰਿਹਾ। ਉਹ ਕਹਿੰਦੀ ਹੈ ਕਿ ਸ਼ਾਇਦ ਨਮਾਜ਼ 'ਤੇ ਗਏ ਨੇ, ਤੋਂ ਵਾਪਸ ਨਹੀਂ ਆਏ। ਬੇਗਮ ਸਾਹਿਬ ਜ਼ਰਾ ਗੌਰ ਨਾਲ ਦੇਖ ਲਓ, ਸਭ ਚੀਖਾਂ ਉਹਨਾਂ ਦੀਆਂ ਹੀ ਸੀ। ਆਹ ਤਸਬੀਹ ਵੀ ਡਿੱਗੀ ਪਈ ਹੈ ਕਿ ਕੁਝ ਚੁੱਕ ਕੇ ਦੇਖਦੀ ਹੈ ਕਿ ਆਹ ਤਾਂ ਕੁਝ ਡਿੱਗਿਆ ਪਿਆ। ਸ਼ਾਹਜਹਾਂ ਹਜ਼ੂਰ ਦੇ ਮਨ ਦੀ ਹਾਲਤ ਹੈ ਗੈਰ ਮਾਮੂਲੀ ਤੌਰ 'ਤੇ, ਮਤਲਬ ਉਹਨਾਂ ਨੂੰ ਲੱਗ ਰਿਹਾ ਕਿ ਮਤਲਬ ਬਹੁਤ ਜ਼ਿਆਦਾ ਦੁਖੀ ਹਨ ਕਿ ਕੋਈ ਗਲਤ ਕੰਮ ਹੋ ਰਿਹਾ ਹੈ। ਖਾਨ ਬਹਾਦਰ ਆਪ ਵੀ ਆ ਗਏ, ਤਸ਼ਰੀਫ ਲੈ ਆਓ ਅੰਦਰ। ਆਦਰ ਖਾਨ ਆਉਂਦਾ, ਚੁੱਕ ਕੇ ਸਲਾਮ ਕਰਦਾ, ਬੇਗਮ ਸਾਹਿਬਾ ਆਦਾਬ ਅਰਜ਼, ਮਤਲਬ ਜਿਸ ਤਰ੍ਹਾਂ ਉਹਨਾਂ ਨੂੰ ਸਲਾਮ ਵਗੈਰਾ ਕਰਦੇ ਨੇ ਉਹ ਕਰਦੇ ਨੇ, ਕੀਤਾ ਜਾਂਦਾ। ਬੇਗਮ ਕਹਿੰਦੀ ਜਹਾਂਪਨਾ ਅੱਜ ਨਹਾਇਤ ਪਰੇਸ਼ਾਨ ਹੈ। ਹਜ਼ੂਰ ਦੀ ਆਵਾਜ਼ ਸੁਣ ਕੇ ਮੈਂ ਬੇਟੀ ਜੀਨਤ ਨੂੰ ਜਗਾਇਆ। ਪਹਿਲਾਂ ਤਾਂ ਅਸੀਂ ਬਹੁਤ ਡਰੀਆਂ, ਆਖਿਰ ਮੁਸ਼ਕਿਲ ਨਾਲ ਬੇਟੀ ਦੇ ਕਮਰੇ ਅੰਦਰ ਜਾਣ ਲਈ ਮਜਬੂਰ ਕੀਤਾ। ਬੜੀ ਚਿੰਤਾ ਦੀ ਗੱਲ ਹੈ। ਜਹਾਂਪਨਾ ਨਹਾਇਤ ਪੁਖਤਾ ਇਰਾਦੇ ਦੇ ਮਾਲਕ ਸਨ। ਖੁਦਾ ਪ੍ਰਸਤ ਹੋਣ ਕਰਕੇ ਆਪ ਔਖੇ ਤੋਂ ਔਖੇ ਵਕਤ ਵੀ ਕਦੇ ਸਾਬਤ ਕਦਮ ਰਹਿੰਦੇ ਸਨ। ਸ਼ਾਹੀ ਹਕੀਮ ਇਹ ਮੈਂ ਕੀ ਸੋਚ ਰਿਹਾ ਕਿ ਇੰਨੇ ਮੁਸਤਕਲ ਮਿਜ਼ਾਜ ਕਮ ਇਨਸਾਨ ਹੈ। ਹਕੀਮ ਇੱਕਦਮ ਇਸ਼ਾਰਾ ਕਰਦਾ ਅਤੇ ਸਾਰੇ ਸਹਿਮ ਜਾਂਦੇ ਹਨ ਅਤੇ ਅਦਬ ਨਾਲ ਝੁਕ ਜਾਂਦੇ ਹਨ। ਔਰੰਗਜ਼ੇਬ ਕਿਆ ਸਾਜ਼ਿਸ਼ ਹੋ ਰਹੀ ਹੈ? ਔਰੰਗਜ਼ੇਬ ਪੁੱਛਦਾ ਕਿ ਮੇਰੇ ਖਿਲਾਫ ਕੋਈ ਸਾਜ਼ਿਸ਼ ਹੋ ਰਹੀ ਹੈ ਤਾਂ ਕੀ ਸਾਜ਼ਿਸ਼ ਹੋ ਰਹੀ ਹੈ? ਬੇਗਮ ਡਰਦੀ ਕੋਈ ਸਾਜ਼ਿਸ਼ ਨਹੀਂ ਆਕਾ, ਹਜ਼ੂਰ ਦੀ ਸਿਹਤ ਦੇ ਫਿਕਰ ਵਿੱਚ ਖੜੇ ਆ ਕਿ ਉਹ ਦੱਸਦੇ ਆ ਕਿ ਤੁਹਾਡੀ ਸਿਹਤ ਠੀਕ ਨਹੀਂ ਹੈ, ਇਸ ਕਰਕੇ ਸਾਰੇ ਖੜੇ ਨੇ। ਔਰੰਗਜ਼ੇਬ ਮੁਸਕਰਾਉਂਦਾ ਹੋਇਆ ਕਹਿੰਦਾ ਤੂੰ ਕਿਤੇ ਕਾਮ ਬਖਸ਼ ਨੂੰ ਇਤਲਾਹ ਤਾਂ ਨਹੀਂ ਕੀਤੀ, ਭੇਜ ਦਿੱਤੀ? ਬੇਗਮ ਕੰਨਾਂ ਨੂੰ ਹੱਥ ਲਾ ਕੇ ਹਜ਼ੂਰ ਦੇ ਹੁਕਮ ਤੋਂ ਬਿਨਾਂ ਮੈਂ ਕਦੇ ਕਿਸੇ ਇਹੋ ਜਿਹਾ ਕਦਮ ਨਹੀਂ ਪੁੱਟਾਂਗੀ। ਉਹ ਕਹਿੰਦੀ ਹੈ ਕਿ ਤੁਹਾਡੇ ਹੁਕਮ ਤੋਂ ਬਿਨਾਂ ਮੈਂ ਕਦੇ ਇਹੋ ਜਿਹਾ ਕੰਮ ਨਹੀਂ ਕਰੂੰਗੀ। ਔਰੰਗਜ਼ੇਬ ਅਜ਼ਦ ਖਾਨ ਨੂੰ ਕਿਸ ਨੇ ਬੇਵਕਤ ਤਕਲੀਫ ਦਿੱਤੀ ਹੈ? ਬੇਟੀ ਜੀਨਤ ਦਾ ਪੈਗਾਮ ਗਿਆ ਸੀ, ਜਹਾਂਪਨਾ ਦੀ ਤਬੀਅਤ ਸਖਤ ਨਾਜ਼ਾਜ਼ ਹੈ। ਉਹ ਕਹਿੰਦਾ ਹੈ ਕਿ ਇਹਨਾਂ ਨੂੰ ਕਿਉਂ ਬੁਲਾਇਆ? ਉਹ ਕਹਿੰਦੇ ਕਿ ਤੁਹਾਡੀ ਤਬੀਅਤ ਖਰਾਬ ਸੀ, ਇਸ ਕਰਕੇ ਬੇਟੀ ਨੇ ਬੁਲਾਉਣ ਵਾਸਤੇ ਭੇਜ ਦਿੱਤਾ ਸੀ। ਉਹ ਕਹਿੰਦੇ ਕਿ ਮੇਰੀ ਬੇਟੀ ਨੂੰ ਜ਼ਰੂਰਤ ਤੋਂ ਜ਼ਿਆਦਾ ਹੀ ਮੇਰੀ ਫਿਕਰ ਰਹਿੰਦੀ ਹੈ। ਪਿਛਲੇ 30 ਸਾਲਾਂ ਤੋਂ ਇਹ ਮੇਰੀ ਖਿਦਮਤ ਕਰ ਰਹੀ ਹੈ। ਖੁਦਾ ਹਰ ਬਖਸ਼ ਐਸੀ ਨੇਕ ਬਖਤ ਬੇਟੀ ਦੇ, ਕਿ ਉਹ ਪਰਮਾਤਮਾ ਅੱਗੇ ਦੁਆ ਕਰਦਾ ਕਿ ਸਾਰਿਆਂ ਨੂੰ ਇਹੋ ਜਿਹੀ ਬੇਟੀ ਦੇਵੇ ਜੋ ਕਿ ਆਪਣੇ ਪਿਤਾ ਜੀ ਦੀ ਬਹੁਤ ਦੇਖਭਾਲ ਕਰਦੀ ਹੈ। ਬੇਗਮ ਕਹਿੰਦੀ ਹੈ ਜਹਾਂਪਨਾ ਦੀ ਖਿਦਮਤ ਤੋਂ ਬਿਨਾਂ ਮੇਰੀ ਵੀ ਜ਼ਿੰਦਗੀ ਕੁਛ ਨਹੀਂ। ਉਹ ਕਹਿੰਦੀ ਹੈ ਕਿ ਤੁਹਾਡੇ ਤੋਂ ਬਿਨਾਂ ਤਾਂ ਮੇਰੀ ਕੋਈ ਜ਼ਿੰਦਗੀ ਨਹੀਂ ਹੈ। ਔਰੰਗਜ਼ੇਬ ਬੇਗਮ ਉਦੈਪੁਰੀ ਤੂੰ ਆਪਣੀ ਜਗ੍ਹਾ ਹੈ ਬੇਟੀ, ਆਪਣੀ ਜਗ੍ਹਾ ਹੈ, ਠੀਕ ਹੈ ਠੀਕ ਹੈ। ਖਾਦਮ ਨੂੰ ਕਿਆ ਹੁਕਮ ਹੈ? ਜਿਹੜਾ ਅਸਦ ਖਾਂ ਹੈ ਉਹ ਪੁੱਛਦਾ ਹੈ ਕਿ ਮੇਰੇ ਵਾਸਤੇ ਕੀ ਹੁਕਮ ਹੈ? ਔਰੰਗਜ਼ੇਬ ਬੇਟੀ ਖਾਨ ਬਹਾਦਰ ਨੂੰ ਤੂੰ ਬੜੀ ਤਕਲੀਫ ਦਿੱਤੀ ਹੈ, ਜ਼ਰਾ ਠਹਿਰੋ, ਮੈਂ ਕੁਝ ਜ਼ਰੂਰੀ ਬਾਤ ਕਰਨੀ ਹੈ। ਹਕੀਮ ਜਹਾਂਪਨਾ ਹਜ਼ੂਰ ਦੇ ਚਿਹਰੇ 'ਤੇ ਅੱਖਾਂ ਦੀ ਲਾਮਤ ਚਿੰਤਾ ਭਰੀ ਹੈ ਵੀ ਉਹ ਸੋਚ ਰਿਹਾ ਕਿ ਦੇਖ ਕੇ ਉਹਦੀ ਸ਼ਕਲ ਨੂੰ ਦੇਖ ਕੇ ਕਹਿੰਦਾ ਕਿ ਸ਼ਾਇਦ ਤੁਹਾਨੂੰ ਕੋਈ ਚਿੰਤਾ ਹੈ। ਔਰੰਗਜ਼ੇਬ ਕਹਿੰਦਾ ਕਿ 3 ਘੰਟਿਆਂ ਤੋਂ ਜ਼ਿਆਦਾ ਮੈਂ ਕਈ ਸਾਲਾਂ ਤੋਂ ਨਹੀਂ ਸੁੱਤਾ, ਪਰ ਅੱਜ ਤਾਂ ਨੀਂਦ ਹੀ ਹਰਾਮ ਹੋ ਗਈ, ਕਿ ਮਤਲਬ ਮੇਰੀ ਨੀਂਦ ਹੈ ਜਿਹੜੀ ਖਰਾਬ ਹੋ ਗਈ। ਇਸ ਹਾਲਤ ਵਿੱਚ ਨੀਂਦ ਅਜ਼ਹਦ ਜ਼ਰੂਰੀ ਹੈ ਕਿਉਂਕਿ ਇਸ ਦਾ ਜ਼ਹਿਨ ਨਾਲ ਤੁਅੱਲਕ ਹੈ। ਨੀਂਦ ਲਿਆਉਣ ਲਈ ਕੋਈ ਅੱਛੀ ਦਵਾ ਦੇਰ ਹੈ ਤੇਰੇ ਪਾਸ? ਨਹਾਇਤ ਅੱਛੀ। ਜਹਾਂਪਨਾ ਕਹਿੰਦਾ ਹਾਂ ਹੈਗੀ ਹੈ, ਹਮੇਸ਼ਾ ਦੀ ਨੀਂਦ ਸਲਾਉਣ ਵਾਲੀ ਤਾਂ ਨਹੀਂ। ਉਹ ਕਹਿੰਦਾ ਵੀ ਕਿਤੇ ਐ ਤਾਂ ਨਹੀਂ ਵੀ ਮੈਨੂੰ ਸਦਾ ਵਾਸਤੇ ਹੀ ਸਵਾ ਦੇ। ਜਹਾਂਪਨਾ ਇਕਬਾਲ ਸਾਰਾ ਹਿੰਦੁਸਤਾਨ ਸੁੱਖ ਦਾ ਸਾਹ ਲੈ ਰਿਹਾ ਹੈ। ਉਹ ਦੱਸਦਾ ਹੈ ਕਿ ਤੁਹਾਡੇ ਨਾਲ ਹੀ ਸਾਰਾ ਜਿਹੜਾ ਜਹਾਨ ਹੈ ਸੁੱਖ ਦਾ ਸਾਹ ਲੈ ਰਿਹਾ। ਔਰੰਗਜ਼ੇਬ ਤੇਰੀਆਂ ਗੱਲਾਂ ਵਾਂਗ ਤੇਰੀ ਦਵਾ ਵੀ ਝੂਠੀ ਹੀ ਹੋਵੇਗੀ, ਵੀ ਜਿਵੇਂ ਤੂੰ ਗੱਲਾਂ ਝੂਠੀਆਂ ਕਰ ਰਿਹਾ ਉਸ ਤਰ੍ਹਾਂ ਤੇਰੀ ਦਵਾ ਵੀ ਝੂਠੀ ਹੋਵੇਗੀ। ਦਿਖਾ ਕਿਹੜੀ ਦਵਾ ਹੈ? ਜਹਾਂਪਨਾ ਦੀ ਜਿਹੜੀ ਪਰੇਸ਼ਾਨੀ ਆ ਉਹ ਮੁਫਤ ਦੀ ਕਰੇਗੀ। ਚੰਗੀ ਤਰ੍ਹਾਂ ਦੇਖ, ਇਸ ਨੂੰ ਪਹਿਲਾਂ ਮੇਰੇ ਸਾਹਮਣੇ ਚਖਾ ਕੇ ਦਿਖਾ। ਉਹਨੂੰ ਐਂ ਲੱਗ ਰਿਹਾ ਹੈ ਕਿ ਜਿਹੜੀ ਉਹ ਦਵਾ ਲੈ ਕੇ ਆਇਆ ਸ਼ਾਇਦ ਉਹਨੂੰ ਮਾਰਨ ਪਿੱਛੇ ਲੈ ਕੇ ਆਇਆ, ਅਤੇ ਉਹ ਇਸ ਕਰਕੇ ਕਹਿੰਦਾ ਕਿ ਤੂੰ ਪਹਿਲਾਂ ਇਹਨੂੰ ਖੁਦ ਖਾ ਕੇ ਦਿਖਾ। 100 ਵਾਰੀ ਜਹਾਂਪਨਾ ਇਹ ਤਾਂ ਜਿੰਨੀ ਕੁਫਤ ਇੱਕ ਅਕਸੀਰ ਹੈ, ਹਜ਼ੂਰ ਦੇ ਦਿਮਾਗ ਨੂੰ ਘੜੀ ਪਲ ਵਿੱਚ ਆਰਾਮ ਮਹਿਸੂਸ ਹੋਣ ਲੱਗ ਜਾਵੇਗਾ। ਬੇਟੀ ਆ ਦਵਾ ਰੱਖ ਲੈ, ਮੈਂ ਠਹਿਰ ਕੇ ਖਾਵਾਂਗਾ। ਉਹ ਆਪਦੀ ਕੁੜੀ ਨੂੰ ਕਹਿੰਦਾ ਕਿ ਥੋੜ੍ਹੀ ਦੇਰ ਬਾਅਦ ਮੈਂ ਦਵਾਈ ਨੂੰ ਖਾ ਲਵਾਂਗਾ। ਹਕੀਮ ਹੈ ਝੁਕ ਕੇ ਸਲਾਮ ਕਰਦਾ ਹੈ। ਔਰੰਗਜ਼ੇਬ ਕਹਿੰਦਾ ਬੇਗਮ ਨੂੰ ਆਪਦੀ ਸਿਹਤ ਵੀ ਠੀਕ ਨਹੀਂ ਨਾ, ਜਾਓ ਆਰਾਮ ਕਰੋ। ਵੀ ਆਪਦੀ ਬੇਗਮ ਨੂੰ ਕਹਿੰਦਾ ਤੁਹਾਡੀ ਸਿਹਤ ਠੀਕ ਨਹੀਂ ਹੈ, ਤੁਸੀਂ ਜਾ ਕੇ ਆਰਾਮ ਕਰ ਲਓ। ਬੇਗਮ ਨੂੰ ਇਸ ਤਰ੍ਹਾਂ ਲੱਗਦਾ ਕਿ ਮੇਰੀ ਇਨਸਲਟ ਜੀ ਕਰਤੀ, ਅਪਮਾਨ ਕਰਤਾ। ਜੋ ਹੁਕਮ, ਉਹ ਫਿਰ ਵੀ ਚਲੀ ਜਾਂਦੀ ਹੈ। ਬੇਟੀ ਜੀਨਤ ਥੋੜ੍ਹਾ ਜਿਹਾ ਗਰਮ ਪਾਣੀ ਮੰਗਵਾਓ। ਜੀਨਤ ਸਮਝ ਜਾਂਦੀ ਹੈ ਕਿ
मतलब उसਨੂੰ पानी चाहिਦਾ ਹੈ ਤੇ ਉਹ ਖੁਦ ਲੈ ਕੇ ਆਉਂਦੀ ਹੈ। असद खान तू मेरा आला अहलकार ही नहीं दिल्ली दोस्त भी है। बेशक कई राज मैं तेरे पासों भी लुका के रखदे हाँ पर अज मैं तेरे दिल का भेद तेरे सामने जाहिर करदा। असद का हजूर दी जरा निवाजी है। मैं अपनी कमजोरी किसी सामने जाहिर नहीं करना चाहता। तेरे उत्ते मैनू पूरा भरोसा है। वो कहता कि मैनू तेरे ते भरोसा है, इस करके मैं तुहानूं उहदे बारे दस रहा हाँ। जल्दी अपने दिमाग का भार हौला कर लो। वो कहता हाँ जी हाँ जी जल्दी दसो ਤੇ ਜਿਹੜੀ ਤੁਹਾਡੇ ਦਿਮਾਗ ਵਿੱਚ ਕੋਈ ਵੀ ਚਿੰਤਾ ਹੈ ਉਸਨੂੰ ਮਤਲਬ ਵੀ ਹੱਲ ਕਰ ਲਓ। ਦੋਸਤ ਸੱਚ ਤਾਂ ਇਹ ਹੈ ਕਿ ਜ਼ਿੰਦਗੀ ਭਰ ਮੈਂ ਇੰਨਾ ਪਰੇਸ਼ਾਨ ਨਹੀਂ ਹੋਇਆ ਜਿੰਨਾ ਇੱਕ ਰਾਤ ਵਿੱਚ ਹੋ ਗਿਆ। ਨਾ ਹੀ ਅੱਜ ਤੱਕ ਕਿਸੇ ਨੇ ਮੇਰੀ ਜ਼ਮੀਨ ਨੂੰ ਇੰਨਾ ਝੰਜੋੜਿਆ ਹੈ। ਉਹ ਕਹਿੰਦਾ ਕੀ ਗੱਲ ਹੋ ਗਈ, ਕਿਹੜਾ ਵਾਕਿਆ ਹੋ ਗਿਆ। ਕੱਲ੍ਹ ਪੰਜਾਬ ਤੋਂ ਦਇਆ ਸਿੰਘ ਦਾ ਨਾਂ ਦਾ ਇੱਕ ਸਿੱਖ ਆਪਣੇ ਪੀਰ ਗੋਬਿੰਦ ਸਿੰਘ ਦਾ ਖੱਤ ਲੈ ਕੇ ਮਿਲਿਆ। ਇਹ ਤਾਂ ਮੈਂ ਵੀ ਸੁਣਿਆ ਹੈ। ਕਿਆ ਹੈ ਉਸ ਖੱਤ ਦੇ ਵਿੱਚ, ਪੁੱਛਦਾ ਉਹ। नहीं जान पाना बस ਇਹੋ ਸੁਣਿਆ ਸੀ कि उस सिंह ने कई महीने इंतजार कर ਲਈ मुलाकात ਲਈ क्योंकि ਉਹ ਆਪਣੇ ਹੱਥ ਨਾਲ ਖੱਤ ਤੋਂ ਮੈਨੂੰ ਦੇਣਾ ਚਾਹੁੰਦਾ ਸੀ। ਫਿਰ ਤਾਂ ਹਜੂਰ ਖਾਸ ਪੈਗਾਮ ਹੀ ਹੋਵੇਗਾ ਜਿਹੜਾ ਵੀ ਉਹਨਾਂ ਨੇ ਕਿਹਾ ਕਿ ਮੈਂ ਖੱਤ ਆਪਦੇ ਹੱਥ ਨਾਲ ਦੇਣਾ ਚਾਹੁੰਦਾ। ਖਾਸ ਇੱਕ ਜਫਰਨਾਮਾ, ਉਹ ਕਹਿੰਦਾ ਇੱਕ ਜਫਰਨਾਮਾ ਸੀ, ਖਾਸ ਸੀ ਬਿਲਕੁਲ। ਜਹਾਂ ਪਨਾ ਉਸ ਖੱਤ ਵਿੱਚ ਐਸੀ ਕਿਹੜੀ ਗੱਲ ਸੀ ਜੋ ਹਜੂਰ ਨੂੰ ਦਿਮਾਗ ਨੇ ਇੰਨਾ ਪਰੇਸ਼ਾਨ ਕਰ ਦਿੱਤਾ। ਔਰੰਗਜ਼ੇਬ ਕਹਿੰਦਾ ਕਿ ਉਸ ਵਿੱਚ ਸਿੱਖਾਂ ਦੇ ਪੀਰ ਨੇ ਐਸੀ ਬੇਬਾਕੀ ਨਾਲ ਮੈਨੂੰ ਲਾਹਨਤਾਂ ਪਾਈਆਂ ਨੇ ਕਿ ਮੇਰੀ ਜ਼ਮੀਰ ਥਰਥਰਾ ਗਈ ਹੈ, ਕੰਬ ਗਈ ਹੈ, ਮੇਰਾ ਵਜੂਦ ਪਿੰਜਿਆ ਗਿਆ ਹੈ। ਪਤਾ ਨਹੀਂ ਉਸਨੇ ਜ਼ਹਿਨ ਉੱਤੇ ਕਿਆ ਅਸਰ ਕੀਤਾ ਕਿ ਸਾਰੀ ਰਾਤ ਇੱਕ ਪਲ ਨੀਂਦ ਨਹੀਂ ਆਈ। ਸਵੇਰੇ ਸਾਰ ਜਰਾ ਅੱਖ ਲੱਗੀ ਤਾਂ ਐਸਾ ਖੌਫਨਾਕ ਖਾਬ ਆਇਆ ਜੋ ਬਿਆਨੋ ਬਿਆਰ ਹੈ, ਮਤਲਬ ਵੀ ਮੈਂ ਉਸਨੂੰ ਬਿਆਨ ਹੀ ਨਹੀਂ ਕਰ ਸਕਦਾ। ਅਸਦ ਖਾਂ ਕਹਿੰਦਾ ਅੱਲਾ ਦੇ ਆਸ਼ਕਾਂ ਨੂੰ ਕਿਸੇ ਦਾ ਡਰ ਭੈ ਨਹੀਂ ਹੁੰਦਾ ਕਿ ਜੋ ਪਰਮਾਤਮਾ ਦਾ ਨਾਮ ਜਪਦੇ ਹਨ ਉਹਨਾਂ ਨੂੰ ਕਿਸੇ ਗੱਲ ਦਾ ਡਰ ਨਹੀਂ ਹੁੰਦਾ। ਖਰੀਆਂ ਖਰੀਆਂ ਲਿਖ ਦਿੱਤੀਆਂ ਹੋਣਗੀਆਂ ਜੋ ਹਜੂਰ ਦੀ ਜ਼ਮੀਨ ਨੂੰ ਟੁੰਬ ਰਹੀਆਂ ਨੇ। ਦੋਸਤ ਸੱਚ ਜਾਣ ਅੱਜ ਤੱਕ ਕਿਸੇ ਨੇ ਮੇਰੇ ਅਕੀਦੇ ਤੌਰ 'ਤੇ ਅਮਲਾਂ ਦੀ ਐਸੀ ਨਿਖੇਧੀ, ਮਤਲਬ ਐਸੀ ਪੁਸ਼ਟੀ ਨਹੀਂ ਕੀਤੀ। ਉਸ ਦੇ ਜਫਰਨਾਮੇ ਨੇ ਮੇਰੀ ਇਨਸਾਨੀ ਜਜ਼ਬੇ ਨੂੰ ਹਿਲਾਉਣ ਦਿੱਤਾ। ਇਹ ਤਾਂ ਸਭ ਮੰਨਦੇ ਹਨ ਕਿ ਅਜ਼ਮਤ ਵਾਲਾ ਪੀਰ ਹੈ। ਹਜੂਰ ਨੂੰ ਯਾਦ ਹੋਵੇਗਾ ਕਿ ਫੌਜਦਾਰ ਸੈਦ ਖਾਂ ਤੇ ਰਮਜ਼ਾਨ ਖਾਂ ਉਸ ਪੀਰ ਨਾਲ ਜਾ ਰਲੇ ਹਨ। ਜਾਂ ਆਪਣਾ ਮੈਂ ਸਮਝ ਨਹੀਂ ਸਕਿਆ ਇਸ ਵਿੱਚ ਦਿਲ 'ਤੇ ਲਾਉਣ ਵਾਲੀ ਕਿਹੜੀ ਗੱਲ ਹੈ। ਵਜ਼ੀਰ ਖਾਂ ਮੇਰੇ ਨਾਂ 'ਤੇ ਪਹਿਲਾਂ ਕੁਰਾਨ ਸ਼ਰੀਫ ਦੀਆਂ ਕਸਮਾਂ ਖਾਧੀਆਂ, ਫਿਰ ਉਸ ਪੀਰ ਨੂੰ ਅਨੰਦਪੁਰ ਛੱਡਣ ਲਈ ਮਜਬੂਰ ਕੀਤਾ, ਪਿੱਛੋਂ ਧੋਖੇ ਨਾਲ ਹਮਲਾ ਕਰ ਦਿੱਤਾ। ਉਹ ਲੜਾਈ ਵਿੱਚ ਉਸਦੇ ਬੇਟੇ ਮਾਰੇ ਗਏ। ਦਿਲੋਂ ਦੁਖੀ ਮਹਿਸੂਸ ਕਰਦਾ ਹੋਇਆ ਬਹੁਤ ਬੁਰੀ ਖਬਰ ਹੈ, ਫਕੀਰਾਂ ਦੀ ਬਦਦੁਆ ਤੋਂ ਖੁਦਾ ਬਚਾਏ। ਬੇਸ਼ੱਕ ਮੈਂ ਉਸਦੇ ਬਾਪ ਤੇਗ ਬਹਾਦਰ ਦੇ ਕਤਲ ਦਾ ਹੁਕਮ ਦਿੱਤਾ ਸੀ ਪਰ ਮਗਰ ਉਹ ਮੁਲਕੀ ਮਾਮਲਾ ਸੀ ਵੀ ਮੁਲਕ ਦਾ ਮਾਮਲਾ ਸੀ, ਇਸ ਕਰਕੇ ਦਿੱਤਾ। ਪਰ ਵਜ਼ੀਰ ਖਾਨ ਨੇ ਮੇਰਾ ਨਾਮ ਬਦਨਾਮ ਕਰ ਦਿੱਤਾ ਔਰ ਇਸਲਾਮ ਦੀ ਤੌਹੀਨ ਕੀਤੀ ਹੈ। ਦੱਸ ਉਸਨੂੰ ਕੀ ਸਜ਼ਾ ਦਿੱਤੀ ਜਾਵੇ। ਡੂੰਘੀ ਸੋਚ ਕੇ ਕਹਿੰਦਾ ਜਾਂ ਆਪਣਾ ਅੱਗੇ ਤੋਂ ਗੋਲਕੰਡਾ ਤੇ ਬੀਜਾਪੁਰ ਫਤਿਹ ਕਰਕੇ ਅਸੀਂ ਮਰਾਠਿਆਂ ਦਾ ਰਸਤਾ ਸਾਫ਼ ਕਰ ਦਿੱਤਾ ਸੀ ਤੇ ਇਸ ਵਕਤ ਮੁਲਕ ਦੀ ਹਾਲਾਤ ਬਹੁਤ ਹੀ ਨਾਜ਼ੁਕ ਹੈ। ਆਖਰ ਪੰਜਾਬ ਵਿੱਚ ਵਜ਼ੀਰ ਖਾਨ ਨੇ ਸਿੱਖਾਂ ਨੂੰ ਕਾਬੂ ਰੱਖਿਆ ਹੋਇਆ ਹੈ। ਸਭ ਪਹਿਲੂ ਮੈਂ ਅੱਛੀ ਤਰ੍ਹਾਂ ਸੋਚਿਆ ਹੈ। ਮੈਨੂੰ ਕੋਈ ਠੀਕ ਰਾਹ ਨਜ਼ਰ ਨਹੀਂ ਆਉਂਦਾ। ਮੇਰਾ ਖਿਆਲ ਹੈ ਗੁਰੂ ਨੂੰ ਬਾਇਜ਼ਤ ਇੱਥੇ ਬੁਲਾਇਆ ਜਾਵੇ, ਉਹਨਾਂ ਨੂੰ ਤਸੱਲੀ ਕਰਕੇ ਸੁਲਾਹ ਕਰ ਲਈ ਜਾਵੇ। ਅੱਗੇ 2 ਦਫਾ ਮੈਂ ਪੈਗਾਮ ਭੇਜ ਚੁੱਕਿਆ ਹਾਂ। ਹੁਣ ਉਹ ਪੀਰ ਕਿਸੇ ਹਾਲਤ ਵਿੱਚ ਸਾਡੀ ਗੱਲ 'ਤੇ ਯਕੀਨ ਨਹੀਂ ਕਰੇਗਾ। ਉਸਨੇ ਜਫਰਨਾਮੇ ਦੇ ਅਖੀਰ 'ਤੇ ਕਿਆ ਲਿਖਿਆ ਹੈ। ਮੈਨੂੰ ਮਾਲਵੇ ਦੇ ਕਾਂਗੜ ਨਗਰ ਵਿੱਚ ਮਿਲਣ ਦਾ ਪੈਗਾਮ ਘੱਲਿਆ ਹੈ ਵੀ ਕਹਿੰਦੇ ਕਿ ਮਾਲਵ ਦੇ ਜਿਹੜਾ ਕਾਂਗੜ ਦੇਸ਼ ਹੈ ਉੱਥੇ ਬੁਲਾ ਲਿਆ ਉਹਨਾਂ ਨੇ ਮੈਨੂੰ। ਇਸ ਵਕਤ ਦੱਖਣ ਵਿੱਚ ਸਾਡੀ ਹਾਲਤ ਇੰਨੀ ਖਰਾਬ ਹੈ ਕਿ ਹਜੂਰ ਇੱਕ ਦਿਨ ਵੀ ਇੱਧਰ ਉੱਧਰ ਨਹੀਂ ਜਾ ਸਕਦੇ। ਫਿਰ ਕੀ ਢੰਗ ਵਰਤਿਆ ਜਾਵੇ। ਹਜੂਰ ਆਪਣੇ ਖੱਬੀ ਹੱਥ ਖੱਤ ਲਿਖ ਕੇ ਇਤਬਾਰਯੋਗ ਕਾਸਤ ਹੱਥ ਭੇਜੋ। ਮੇਰਾ ਵੀ ਇਹੀ ਖਿਆਲ ਹੈ ਕਿ ਖਾਸ ਕਾਸਤ ਨੂੰ ਭੇਜ ਕੇ ਗੁਰੂ ਨੂੰ ਸੁਲਾਹ ਸੁਲਫਾਈ ਲਈ ਇੱਥੇ ਬੁਲਾਉਣਾ, ਉਹਨਾਂ ਦੀ ਹਿਫਾਜ਼ਤ ਦਾ ਖਾਤਰ ਖਵਾ ਇੰਤਜ਼ਾਮ ਕਰਦਾ ਵੀ ਉਹਨਾਂ ਦੀ ਪੂਰੀ ਇੰਤਜ਼ਾਮ ਕਰੂੰਗਾ ਕਿ ਉਹਨਾਂ ਦੀ ਪੂਰੀ ਹਿਫਾਜ਼ਤ ਕੀਤੀ ਜਾਵੇ। ਕਹਿੰਦਾ ਮੀਰ ਮੁਨਸ਼ੀ ਔਰ ਦਇਆ ਸਿੰਘ ਨੂੰ ਦਰਬਾਰ ਖਾਸੇ ਵਿੱਚ ਹਾਜ਼ਰ ਕਰੋ, ਮੈਂ ਤਿਆਰੀ ਹੋ ਕੇ ਜਲਦੀ ਆਉਣਾ। ਕਹਿੰਦਾ ਤੁਸੀਂ ਬੁਲਾ ਕੇ ਲਿਆਓ ਨਾ। ਉਹ ਕਹਿੰਦਾ ਠੀਕ ਹੈ। ਉਹ ਕਹਿੰਦਾ ਵੀ ਇਹ ਬਾਤ ਨਹੀਂ ਕਿਸੇ ਕੋਲ ਕਰਨੀ। ਉਹ ਕਹਿੰਦਾ ਠੀਕ ਹੈ ਜੀ, ਮੈਂ ਕਿਸੇ ਕੋਲ ਨਹੀਂ ਕਰੂੰਗਾ। ਆਵਾਜ਼ ਆਉਂਦੀ ਹੈ ਇਹ ਖੁਦਾ ਤੂੰ ਲੌਕਿਕ ਤਾਕਤ ਦਾ ਸਿਮਰ ਹਮੇਸ਼ਾ ਰਹਿਣ ਲੱਗਿਆ ਮਿਹਰਬਾਨ, ਤੂੰ ਖੁਸ਼ੀਆਂ ਦੇਣ ਵਾਲਾ ਹੈ, ਰਹਿਮ ਕਰ। ਮੇਰਾ ਲੜਾਈ ਪੜ੍ਹਾਈ ਨਾਲ ਕੀ ਵਾਸਤਾ ਹੈ। ਮੈਨੂੰ ਇਹ ਪਤਾ ਨਹੀਂ ਸੀ ਕਿ ਇਕਰਾਰ ਤੋੜਨ ਵਾਲਾ ਔਰੰਗਜ਼ੇਬ ਧਨ ਦੌਲਤ ਦਾ ਮਰੀਦ ਹੈ।
ਧਰਮ ਈਮਾਨ ਨੂੰ ਪਰੇ ਸੁੱਟ ਦੇਣ ਵਾਲਾ ਹੈ। ਔਰੰਗਜ਼ੇਬ, ਨਾ ਤੂੰ ਦੀਨ ਈਮਾਨ ਉੱਤੇ ਕਾਇਮ ਹੈ, ਨਾ ਹੀ ਤੂੰ ਸ਼ਰੀਅਤ ਦੇ ਪਾਬੰਦ ਹੈ, ਨਾ ਤੈਨੂੰ ਰੱਬ ਦੀ ਪਛਾਣ ਹੈ, ਤੇ ਨਾ ਹੀ ਹਜ਼ਰਤ ਮੁਹੰਮਦ ਤੋਂ ਯਕੀਨ ਹੈ। ਕੀ ਹੋਇਆ ਜੇ ਮੇਰੇ 4 ਬੇਟੇ ਮਾਰੇ ਗਏ? ਅਜੇ ਤੱਕ ਕੁੰਡਲੀਦਾਰ ਖਾਲਸਾ ਬਾਕੀ ਹੈ। ਜੀਨਤ ਬੇਟੀ ਆਉਂਦੀ ਹੈ ਤੇ ਇੱਕਦਮ ਚੁੱਪ ਹੋ ਜਾਂਦੀ ਹੈ। ਉਹ ਜ਼ਫ਼ਰਨਾਮਾ ਲੁਕਾ ਲੈਂਦੀ ਹੈ। ਅੱਬਾ ਜਾਨ, ਮੈਂ ਕਈ ਸਾਲਾਂ ਤੋਂ ਆਪਦੇ ਦਿਲੋਂ ਖਿਦਮਤ ਕਰ ਰਹੀ ਹਾਂ, ਪਰ ਅਫਸੋਸ ਮੈਂ ਆਪਦਾ ਯਕੀਨ ਹਾਸਲ ਨਹੀਂ ਕਰ ਸਕੀ। ਬੇਟੀ, ਤੂੰ ਗਲਤ ਸਮਝ ਰਹੀ ਹੈ, ਮੈਨੂੰ ਆਪਣੇ ਆਪ 'ਤੇ ਯਕੀਨ ਨਹੀਂ ਰਿਹਾ। ਅੱਬਾ ਜਾਨ, ਆਪ ਮੇਰੇ ਪਾਸੋਂ ਕੋਈ ਗੱਲ ਛੁਪਾ ਰਹੇ ਹੋ। ਲੱਗ ਰਿਹਾ ਕਿ ਉਹਨੂੰ ਕੋਈ ਗੱਲ ਛੁਪਾ ਰਹੇ ਨੇ, ਤੁਸੀਂ ਪਰੇਸ਼ਾਨ ਹੋ। ਉਹ ਕਹਿੰਦੇ, ਨਹੀਂ, ਇਹਨਾਂ ਗੱਲਾਂ 'ਚ ਨਾ ਪੈ, ਕਿਸੇ ਹੋਰ ਦੀ ਜ਼ਰੂਰਤ ਹੈ, ਫਰਮਾਓ। ਉਹ ਕਹਿੰਦਾ, ਨਹੀਂ, ਮੈਨੂੰ ਕੋਈ ਜ਼ਰੂਰਤ ਨਹੀਂ ਹੈ, ਕਿ ਦੁਨੀਆ ਸਾਰੀ ਮੇਰੇ ਤੋਂ ਤੰਗ ਹੈ। ਮੈਨੂੰ ਦੁੱਖ ਹੈ ਕਿ ਤੁਸੀਂ ਮੇਰੇ 'ਤੇ ਇਤਬਾਰ ਨਹੀਂ ਕਰ ਰਹੇ। ਬੇਟੀ, ਸੱਚ ਜਾਣਨਾ ਚਾਹੁੰਦੀ ਹਾਂ, ਤੁਹਾਡੀ ਭਲਾਈ ਖਾਤਰ। ਅੱਬਾ ਜਾਨ, ਇਹ ਭੇਦ ਦੱਸਦਿਆਂ ਮੈਨੂੰ ਡਰ ਲੱਗ ਰਿਹਾ। ਮੇਰੀ ਬੇਟੀ ਮੈਨੂੰ ਨਹਾਇਤਾ ਘਟੀਆ ਇਨਸਾਨ ਖਿਆਲ ਕਰਨ ਲੱਗ ਜਾਏਗੀ। ਅੱਗੋਂ ਮੇਰੀਆਂ ਬੁਰੀਆਂ ਆਦਤਾਂ ਤੋਂ ਅੱਛੀ ਤਰ੍ਹਾਂ ਵਾਕਫ ਹੈ। ਅੱਬਾ ਜਾਨ, ਇਹ ਕਿਸੇ ਹਾਲਤ ਵਿੱਚ ਨਹੀਂ ਹੋ ਸਕਦਾ। ਵੀ ਉਹ ਕਹਿੰਦੀ ਹੈ ਕਿ ਮੈਂ ਜੇ ਤੁਹਾਡੇ ਬਾਰੇ ਕੋਈ ਗੱਲ ਸੁਣ ਵੀ ਲਊਂਗੀ ਤਾਂ ਇਸ ਤਰ੍ਹਾਂ ਨਹੀਂ ਹੋ ਸਕਦਾ। ਕਿਸ ਇਨਸਾਨ ਵਿੱਚ ਨਹੀਂ ਹੁੰਦੀਆਂ ਕਿ ਜਿਹੜੀਆਂ ਬੁਰਾਈਆਂ ਨੇ? ਕੋਈ ਇਹੋ ਜਿਹਾ ਇਨਸਾਨ ਨਹੀਂ ਜਿਸ ਵਿੱਚ ਬੁਰਾਈਆਂ ਨਾ ਹੋਣ। ਮੈਂ ਫੌਰਨ ਜਾਣਨਾ ਚਾਹੁੰਦੀ ਹਾਂ ਕਿ ਕਿਹੜਾ ਭੇਦ ਹੈ ਜਿਹੜਾ ਤੁਹਾਡੇ ਦਿਮਾਗ ਨੂੰ ਪਰੇਸ਼ਾਨ ਕਰ ਰਿਹਾ ਹੈ। ਬੇਟੀ, ਗੁਰੂ ਗੋਬਿੰਦ ਸਿੰਘ ਜੀ ਦਾ ਪੰਜਾਬ ਤੋਂ ਆ ਦੂਜਾ ਖਤ ਆਇਆ ਹੈ। ਤੁਸੀਂ ਪਹਿਲਾਂ ਵੀ ਮੇਰੇ ਪਾਸੋਂ ਛੁਪਾਏ ਰੱਖਿਆ, ਕਿਉਂਕਿ ਤੂੰ ਤੇ ਮੁਅੱਜ਼ਦਰ ਹਮੇਸ਼ਾ ਗੁਰੂ ਦੀ ਹੱਕ ਵਿੱਚ ਬੋਲਦੀ ਨਹੀਂ ਹੈ। ਸ਼ਾਇਦ ਨੰਦ ਲਾਲ ਗੋਇਆ ਦੇ ਅਸਰ ਕਹਿ ਕੇ। ਇਸ ਖਤ ਵਿੱਚ ਅਜਿਹੀ ਕਿਹੜੀ ਗੱਲ ਲਿਖੀ ਹੈ ਕਿ ਜਿਹੜਾ ਤੁਹਾਨੂੰ ਜ਼ਮੀਰ ਨੂੰ ਹਿਲਾਉਣ ਰਹੀ ਹੈ? ਉਸ ਪੀਰ ਨਾਲ ਮੇਰੇ ਹੱਥੋਂ ਸਖਤ ਧੋਖਾ ਹੋਇਆ ਹੈ। ਬਾਬਰ ਨੇ ਬਾਬਾ ਨਾਨਕ ਅੱਗੇ ਸਿਰ ਝੁਕਾਇਆ ਸੀ, ਪਰ ਮੈਂ ਉਸ ਗੁਰੂ ਨਾਲ ਮੱਥਾ ਲਾਇਆ ਹੈ। ਗੁਰੂ ਤੇਗ ਬਹਾਦਰ ਦੀ ਸ਼ਹੀਦੀ ਵੱਲ ਇਸ਼ਾਰਾ ਕਰ ਰਹੇ ਹਨ। ਨਹੀਂ ਨਹੀਂ, ਇਸ ਖਤ ਦਾ ਨਾਂ ਹੈ ਜ਼ਫ਼ਰਨਾਮਾ। ਯਕੀਨਨ ਗੁਰੂ ਦੀ ਫਤਿਹ ਔਰ ਮੇਰੀ ਸ਼ਿਕਸਤ ਹੋਈ ਹੈ। ਮੈਨੂੰ ਕੁਝ ਸਮਝ ਨਹੀਂ ਆ ਰਹੀ ਅੱਬਾ ਜਾਨ। ਵਜ਼ੀਰ ਖਾਨ ਨੇ ਮੇਰੇ ਨਾਂ 'ਤੇ ਝੂਠੀਆਂ ਕਸਮਾਂ ਖਾ ਕੇ ਗੁਰੂ ਨੂੰ ਅਨੰਦਪੁਰ ਤੋਂ ਕਢਵਾ ਦਿੱਤਾ, ਫਿਰ ਧੋਖੇ ਨਾਲ ਹਮਲਾ ਕਰ ਦਿੱਤਾ। ਅੱਬਾ ਜਾਨ, ਇਹ ਹਥਿਆਰ ਤਾਂ ਤੁਸੀਂ ਰੋਜ਼ ਮਰਾਠਿਆਂ ਦੇ ਖਿਲਾਫ ਇਸਤੇਮਾਲ ਕਰਦੇ ਹੋ, ਪਰ ਮੈਂ ਮੁਕੱਦਮ ਕੁਰਾਨ ਦੀ ਕਸਮ ਕਦੇ ਨਹੀਂ ਖਾਧੀ। ਅੱਬਾ, ਤੁਸੀਂ ਅਸਲ ਗੱਲ ਅਜੇ ਵੀ ਛੁਪਾ ਰਹੇ ਹੋ। ਤੁਹਾਡਾ ਚਿਹਰਾ ਸਾਫ਼ ਦੱਸ ਰਿਹਾ। ਗੁਰੂ ਦੇ ਵੱਡੇ 2 ਬੇਟੇ ਲੜਦੇ ਹੋਏ ਮਾਰੇ ਗਏ, ਛੋਟੇ ਤਾਂ ਸਹੀ ਸਲਾਮਤ ਹਨ। ਇਹ ਗੱਲ ਮੇਰੇ ਪਾਸੋਂ ਨਾ ਪੁੱਛ। ਅੱਬਾ, ਜਲਦੀ ਮਨ ਦਾ ਭਾਰ ਹੌਲਾ ਕਰੋ। ਵਜ਼ੀਰ ਖਾਂ ਕਹਿੰਦੇ ਨੇ ਕਿ ਗੁਰੂ ਦੇ ਦੋਵੇਂ ਛੋਟੇ ਬੇਟੇ ਜਿਉਂਦੇ ਨੀਹਾਂ ਵਿੱਚ ਚਿਣਵਾ ਕੇ ਮਰਵਾ ਦਿੱਤੇ ਹਨ। ਜੀਨਤ ਚੀਕ ਮਾਰ ਕੇ ਬੇਹੋਸ਼ੀ ਨਾਲ, ਅੱਬਾ, ਇਹ ਤਾਂ ਜ਼ੁਲਮ ਹੋ ਗਿਆ। ਖੁਦਾ ਤੁਹਾਨੂੰ ਕਦੇ ਮਾਫ਼ ਨਹੀਂ ਕਰੇਗਾ। ਬੇਟੀ, ਇਸ ਵਾਸਤੇ ਮੈਂ ਇਹ ਖਬਰ ਦੱਸਣ ਤੋਂ ਘਬਰਾਉਂਦਾ ਸਾਂ ਕਿ ਤੂੰ ਤੇ ਮੁਅੱਜ਼ਜ਼ ਹਮੇਸ਼ਾ ਇਸ ਰਾਹ ਤੋਂ ਰੋਕਦੇ ਰਹੀ, ਪਰ ਮੈਨੂੰ ਗਲਤ ਖਬਰਾਂ ਪੁੱਜਦੀਆਂ ਰਹੀਆਂ। ਅੱਬਾ, ਜਦੋਂ ਮੈਂ ਤੁਹਾਡਾ ਬਾਗੀ ਬੇਟਾ ਅਕਸਰ ਫੌਤ ਹੋਇਆ ਸੀ ਤਾਂ ਤੁਸੀਂ ਕਿੰਨਾ ਰੋਏ ਸੀ। ਜਿਸ ਵਕਤ ਤੁਹਾਡੀ ਬਾਗੀ ਸ਼ਾਇਰ ਬੇਟੀ ਜੇਬ ਉਨ ਨਿਸਾ ਚੱਲ ਵਸੀ, ਤੁਸੀਂ ਜਾਰੋ ਜਾਰ ਰੋਏ ਸਨ, ਪਰ ਅੱਜ ਮਾਸੂਮ ਬੱਚਿਆਂ ਦੀ ਸ਼ਹੀਦੀ 'ਤੇ ਤੁਸੀਂ ਚੁੱਪ ਖੜ੍ਹੇ ਹੋ। ਬੇਟੀ, ਅੱਜ ਮੇਰੀ ਰੂਹ ਰੋ ਰਹੀ ਹੈ, ਮੇਰਾ ਰੋਮ ਰੋਮ ਕੰਬ ਰਿਹਾ ਹੈ। ਸਾਰੀ ਰਾਤ ਮੈਂ ਸੂਲੀ 'ਤੇ ਟੰਗਿਆ ਰਿਹਾ ਹਾਂ। 7 ਔਰ 9 ਸਾਲ ਦੇ ਬੱਚਿਆਂ ਉੱਤੇ ਜ਼ੁਲਮ ਕਰਨ ਦੀ ਇਸਲਾਮ ਹਰਗਿਜ਼ ਇਜਾਜ਼ਤ ਨਹੀਂ ਦਿੰਦਾ, ਮਗਰ ਮੈਂ ਮਜਬੂਰ ਹਾਂ। ਤੁਸੀਂ ਵਜ਼ੀਰ ਖਾਨ ਨੂੰ ਸਖਤ ਤੋਂ ਸਖਤ ਸਜ਼ਾ ਦੇ ਕੇ ਸਿੱਖਾਂ ਦਾ ਦਿਲ ਠੰਡਾ ਕਰ ਸਕਦੇ ਹੋ। ਬੇਟੀ, ਬਸ ਇਹੋ ਗਮ ਹੈ ਕਿ ਮੈਂ ਇਸ ਵਕਤ ਉਸਨੂੰ ਸਜ਼ਾ ਨਹੀਂ ਦੇ ਸਕਦਾ। ਰੱਬ ਹੀ ਉਸਨੂੰ ਸਜ਼ਾ ਦੇਵੇਗਾ। ਜੀਨਤ ਗੁੱਸੇ 'ਚ ਪਾਗਲ ਹੋ ਜਾਂਦੀ ਹੈ। ਸਜ਼ਾ ਵੀ ਨਹੀਂ ਦੇ ਸਕਦੇ? ਫਿਰ ਅੱਬਾ, ਤੁਹਾਡੇ ਇਸ਼ਾਰੇ 'ਤੇ ਇਹ ਗੁਨਾਹ ਹੋਇਆ ਹੈ। ਭਰਾਵਾਂ ਨੂੰ ਕਤਲ ਕਰਨ ਵਾਲੇ ਨਾਲ ਵੀ ਕਿੰਨਾ ਭਾਰੀ ਹੈ ਇਹ ਗੁਨਾਹ। ਅੱਬਾ, ਤੁਹਾਡੀ ਰੂਹ ਨੂੰ ਕਦੇ ਚੈਨ ਨਹੀਂ ਆਏਗਾ। ਬੇਟੀ, ਮੇਰੀ ਬਾਤ ਨਾ ਸੁਣ। ਮੈਂ ਠੀਕ ਹੀ ਭਾਰੀ ਗੁਨਾਹਗਾਰ ਹਾਂ। ਇਹ ਰੂਹਾਨੀ ਗਮ ਮੈਨੂੰ ਜਲਦੀ ਖਤਮ ਕਰ ਦੇਵੇਗਾ। ਮੈਂ ਇਸ ਦੀ ਤਲਾਹੀ ਚਾਹੁੰਦਾ ਹਾਂ ਤੇ ਬੇਵਸ ਹਾਂ। ਅੱਬਾ, ਤੂੰ ਮੁਸਲਮਾਨ ਹੁੰਦਾ ਹੋਇਆ ਵੀ ਰੱਬ ਨੂੰ ਨਹੀਂ ਪਛਾਣ ਸਕਿਆ। ਤੂੰ ਰੱਬ ਤੋਂ ਡਰਦਾ ਜ਼ਰੂਰ ਹੈ, ਪਰ ਉਸਨੂੰ ਪਿਆਰ ਨਹੀਂ ਕਰਦਾ। ਇਸ ਕਰਕੇ ਉਸਦੀ ਖਲਕ ਨੂੰ ਸਾਰੀ ਉਮਰ ਦੁਖੀ ਕੀਤਾ ਹੈ। ਖੁਦਾ ਰਹਿਮ ਕਰ। ਔਰੰਗਜ਼ੇਬ ਕਹਿੰਦਾ, ਬੇਟੀ, ਮੈਂ ਸਭ ਕੁਝ ਸਮਝਦਾ ਹਾਂ। ਲੋਕੀ ਮੈਨੂੰ ਇਨਸਾਨ ਵੀ ਨਹੀਂ ਖਿਆਲ ਨਹੀਂ ਕਰਨਗੇ। ਮੈਂ ਅਣਗਿਣਤ ਲੜਾਈਆਂ ਜਿੱਤ ਕੇ ਵੀ ਜ਼ਿੰਦਗੀ ਦੀ ਬਾਜੀ ਹਾਰ ਕੇ ਜਾ ਰਿਹਾ ਹਾਂ। ਮੈਂ ਖਾਲੀ ਹੱਥ ਇਸ ਦੁਨੀਆ ਤੋਂ ਆਇਆ ਸਾਂ ਤੇ ਗੁਨਾਹਾਂ ਦੇ ਭਾਰ ਨਾਲ ਲੱਦਿਆ ਜਾਵਾਂਗਾ। ਬੇਟੀ ਜੀਨਤ, ਤੂੰ ਮੇਰੀ ਆਖਰੀ ਉਮਰ ਦਾ ਸਹਾਰਾ ਹੈ। ਠਹਿਰ, ਬੁੱਝ ਰਹੇ ਦੀਵੇ ਨੂੰ ਫੂਕ ਨਾ ਮਾਰ। ਮੇਰੀਆਂ ਯਾਦਾਂ ਕੋੜੀਆਂ ਜ਼ਹਿਰ ਹਨ। ਮੈਂ ਆਪਣੀ ਬੇਟੀਆਂ ਦੇ ਨਾਲ ਵਸੀਅਤ ਲਿਖਵਾਉਣਾ ਚਾਹੁੰਦਾ ਹਾਂ। ਬੇਟੀ ਜੀਨਤ, ਮੇਰੀ ਮਦਦ ਕਰ। ਔਰੰਗਜ਼ੇਬ, ਜੀਨਤ ਬੇਟੀ ਕਹਿੰਦਾ ਹੈ। ਕਮਰੇ ਤੋਂ ਬਾਹਰ ਲੜਖੜਾਉਂਦਾ ਚੱਲਦਾ ਹੈ। ਇਹ ਸੀ ਬੱਚੇ ਇਕਾਂਗੀ ਜ਼ਫ਼ਰਨਾਮਾ।
ਹੁਣ ਇਹਦੇ ਸੰਬੰਧਿਤ ਜਿਹੜੇ ਪ੍ਰਸ਼ਨ ਉੱਤਰ ਨੇ ਉਹ ਤੁਸੀਂ ਦੇਖੋ ਕੀ ਹਨ। ਸਭ ਤੋਂ ਪਹਿਲਾਂ ਤਾਂ ਜਿਹੜਾ ਇਹਦੇ ਵਿੱਚ ਵਾਰਤਾਲਾਪ ਲਿਖਿਆ ਹੋਇਆ ਹੈ ਕਿ ਧਿਆਨ ਨਾਲ ਪੜ੍ਹੋ ਕਿ ਪੁੱਛੇ ਗਏ ਜਿਹੜੇ ਪ੍ਰਸ਼ਨਾਂ ਦੇ ਉੱਤਰ ਦਿੱਤੇ ਗਏ ਹਨ। ਨਹੀਂ ਤੂੰ ਭੁਲੇਖੇ ਵਿੱਚ ਰਿਹਾ। ਅਸ਼ੋਕ ਤੇ ਅਕਬਰ ਵਾਂਗ ਲੋਕਾਂ ਦੇ ਦਿਲਾਂ ਨੂੰ ਜਿੱਤਣ ਨਾਲ ਰਾਜ ਦੀਆਂ ਨੀਹਾਂ ਪੱਕੀਆਂ ਹੁੰਦੀਆਂ ਹਨ। ਸਿੱਖ, ਮਰਾਠੇ, ਰਾਜਪੂਤ, ਸੰਤ, ਸਾਧੂ, ਸ਼ੀਆ, ਸੂਫੀ, ਕੁੱਲ ਹਿੰਦੂ ਜਾਤੀ ਤੇਰੀ ਹਕੂਮਤ ਤੋਂ ਦੁਖੀ ਹੈ। ਇਹ ਜਿਹੜਾ ਵਾਰਤਾਲਾਪ ਕਹਿੰਦੇ ਨੇ, ਇਹਨਾਂ ਦੇ ਪ੍ਰਸ਼ਨ ਦੱਸੋ। ਪਹਿਲਾ ਪ੍ਰਸ਼ਨ ਕੀ ਹੈ? ਰਾਜ ਦੀਆਂ ਨੀਹਾਂ ਕਿਵੇਂ ਪੱਕੀਆਂ ਹੁੰਦੀਆਂ ਹਨ? ਲੋਕਾਂ ਦੇ ਦਿਲਾਂ ਨੂੰ ਜਿੱਤਣ ਨਾਲ ਰਾਜ ਦੀਆਂ ਨੀਹਾਂ ਪੱਕੀਆਂ ਹੁੰਦੀਆਂ ਹਨ। ਅਸ਼ੋਕ ਤੇ ਅਕਬਰ ਨੇ ਆਪਣੇ ਰਾਜ ਦੀਆਂ ਨੀਹਾਂ ਕਿਵੇਂ ਪੱਕੀਆਂ ਕੀਤੀਆਂ? ਉਹਨਾਂ ਨੇ ਆਪਣੇ ਰਾਜ ਦੀਆਂ ਨੀਹਾਂ ਲੋਕਾਂ ਦੇ ਦਿਲਾਂ ਨੂੰ ਜਿੱਤ ਕੇ ਪੱਕੀਆਂ ਕੀਤੀਆਂ। ਔਰੰਗਜ਼ੇਬ ਦੀ ਹਕੂਮਤ ਤੋਂ ਦੁਖੀ ਕਿਹੜੇ ਲੋਕਾਂ ਦਾ ਜ਼ਿਕਰ ਕੀਤਾ ਗਿਆ? ਸਿੱਖ, ਮਰਾਠੇ, ਰਾਜਪੂਤ, ਸੰਤ, ਸਾਧੂ, ਸ਼ੀਆ, ਸੂਫੀ, ਹਿੰਦੂ ਆਦਿ ਸਾਰੇ ਔਰੰਗਜ਼ੇਬ ਦੀ ਹਕੂਮਤ ਤੋਂ ਦੁਖੀ ਸੀ। ਅਗਲਾ ਜਿਹੜਾ ਦਿੱਤਾ ਹੋਇਆ ਵਾਰਤਾਲਾਪ ਕਿ ਮੇਰਾ ਵੀ ਇਹੋ ਖਿਆਲ ਹੈ, ਖਾਸ ਕਾਸਦ ਨੂੰ ਭੇਜ ਕੇ ਗੁਰੂ ਨੂੰ ਸਲਾਹ ਸਫਾਈ ਲਈ ਇੱਥੇ ਬੁਲਾਉਂਦਾ। ਇਹ ਜਿਹੜੇ ਪ੍ਰਸ਼ਨ ਹੈ ਦੇਖੋ। ਪਹਿਲਾ ਪ੍ਰਸ਼ਨ ਹੈ, ਇਹ ਸ਼ਬਦ ਕੌਣ ਹਨ ਤੇ ਕਿਸ ਨੂੰ ਆਦਿ ਹੈ? ਇਹ ਸ਼ਬਦ ਔਰੰਗਜ਼ੇਬ ਨੇ ਅਸਦ ਖਾਨ ਨੂੰ ਕਹੇ ਸਨ। ਔਰੰਗਜ਼ੇਬ ਕਾਸਦ ਨੂੰ ਕਿਹੜਾ ਕੰਮ ਕਰਨ ਲਈ ਬੁਲਾਉਂਦਾ ਹੈ? ਔਰੰਗਜ਼ੇਬ ਕਾਸਦ ਨੂੰ ਭੇਜ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਸੁਲਹ ਸਫਾਈ ਲਈ ਬੁਲਾਉਣਾ ਚਾਹੁੰਦਾ ਹੈ। ਦਰਬਾਰੇ ਖਾਸ ਵਿੱਚ ਕਿਹਨਾਂ ਨੂੰ ਹਾਜ਼ਰ ਹੋਣ ਲਈ ਕਿਹਾ ਗਿਆ ਹੈ? ਦਇਆ ਸਿੰਘ, ਮੀਰ ਮੁਨਸ਼ੀ ਨੂੰ ਦਰਬਾਰੇ ਖਾਸ ਵਿੱਚ ਹਾਜ਼ਰ ਹੋਣ ਲਈ ਕਿਹਾ ਗਿਆ ਹੈ। ਅਗਲਾ ਜਿਹੜਾ ਪੈਰਾ ਹੈ, ਬੇਸ਼ੱਕ ਮੈਂ ਉਸਦੇ ਬਾਪ ਦੇ ਤੇਗ ਬਹਾਦਰ ਦਾ ਕਤਲ ਦਾ ਹੁਕਮ ਦਿੱਤਾ ਸੀ। ਇਹਦੇ ਨਾਲ ਸੰਬੰਧਿਤ ਪ੍ਰਸ਼ਨ ਕੀ ਹਨ? ਇਹ ਸ਼ਬਦ ਕੌਣ ਹਨ? ਇਸ ਨੂੰ ਕਿਸ ਨੂੰ ਕਹਿੰਦਾ ਹੈ? ਇਹ ਸ਼ਬਦ ਔਰੰਗਜ਼ੇਬ ਨੇ ਅਸਦ ਖਾਨ ਨੂੰ ਕਹੇ। ਇਹਨਾਂ ਸਤਰਾਂ ਵਿਚਲੇ ਸ਼ਬਦ ਉਸਦੇ ਬਾਪ ਕਿਸ ਸ਼ਖਸੀਅਤ ਵੱਲ ਇਸ਼ਾਰਾ ਕਰਦੇ ਹਨ? ਉਸਦੇ ਬਾਪ ਮਤਲਬ ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਗੁਰੂ ਤੇਗ ਬਹਾਦਰ ਵੱਲ ਇਸ਼ਾਰਾ ਕਰਦੇ ਹਨ। ਅੱਗੇ ਆ ਗਿਆ, ਵਜ਼ੀਰ ਖਾਨ ਨੇ ਔਰੰਗਜ਼ੇਬ ਦਾ ਕਿਵੇਂ ਬਦਨਾਮ ਕੀਤਾ? ਉਹਨਾਂ ਨੇ ਪਹਿਲਾਂ ਔਰੰਗਜ਼ੇਬ ਦੇ ਨਾਂ 'ਤੇ ਕਸਮਾਂ ਖਾ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਅਨੰਦਪੁਰ ਸਾਹਿਬ ਛੱਡਣ ਲਈ ਮਜਬੂਰ ਕੀਤਾ ਅਤੇ ਬਾਅਦ ਵਿੱਚ ਹਮਲਾ ਕਰ ਦਿੱਤਾ, ਜਿਸ ਵਿੱਚ ਗੁਰੂ ਜੀ ਦੇ 2 ਵੱਡੇ ਸਾਹਿਬਜ਼ਾਦੇ ਸ਼ਹੀਦ ਹੋ ਗਏ। ਅੱਗੇ ਬੱਚੇ ਆ ਗਏ, ਅਲੱਗ-ਅਲੱਗ ਪਾਤਰ ਹੈ ਜਿਹੜੇ ਉਹਨਾਂ ਦੇ ਬਾਰੇ ਦੱਸਣਾ ਹੈ। ਔਰੰਗਜ਼ੇਬ ਕਿਹੋ ਜਿਹਾ ਸੀ? ਜ਼ਾਲਮ ਬਾਦਸ਼ਾਹ ਸੀ, ਕੱਟੜ ਮੁਗਲ ਸ਼ਹਿਨਸ਼ਾਹ ਸੀ, ਜ਼ਿੰਦਗੀ ਦੇ ਰੰਗ ਤਮਾਸ਼ੇ ਦਾ ਵਿਰੋਧੀ ਸੀ, ਕਿਰਤੀ ਦੇ ਪਛਤਾਉਣ ਵਾਲਾ ਸੀ, ਗੁੱਸੇ ਵਾਲਾ ਸੀ, ਸ਼ੱਕੀ ਸੀ, ਆਪਣੇ ਪਤੀ, ਬੇਟੇ ਤੇ ਬੇਟੀ ਨਾਲ ਪਿਆਰ ਕਰਨ ਵਾਲਾ ਸੀ, ਧਰਮ ਦੇ ਨਾਂ 'ਤੇ ਅਤਿਆਚਾਰ ਕਰਨ ਵਾਲਾ ਸੀ, ਹਕੂਮਤ ਨੂੰ ਬਣਾਈ ਰੱਖਣ ਦੀ ਲਾਲਸਾ ਰੱਖਣ ਵਾਲਾ ਸੀ, ਜ਼ਫ਼ਰਨਾਮਾ ਪੜ੍ਹ ਕੇ ਆਪਣੀ ਹਾਰ ਸਵੀਕਾਰ ਕਰਦਾ ਸੀ। ਜੀਨਤ ਉਨ ਨਿਸਾ ਕਿਹੋ ਜਿਹੀ ਸੀ? ਪਿਤਾ ਨੂੰ ਦਿਲੋਂ ਪਿਆਰ ਤੇ ਸਤਿਕਾਰ ਕਰਨ ਵਾਲੀ ਸੀ, ਸੱਚਾਈ ਪਸੰਦ ਸੁਭਾਅ ਦੀ ਮਾਲਕ ਸੀ, ਰਾਜਨੀਤੀ ਦੀ ਸਮਝ ਸੀ ਉਹਨੂੰ, ਭਾਵੁਕ ਸੁਭਾਅ ਦੀ ਸੀ, ਪਿਤਾ ਤੋਂ ਨਾਰਾਜ਼ ਸੀ। ਬੇਗਮ ਉਦੈਪੁਰੀ ਪਤੀ ਨੂੰ ਪਿਆਰ ਕਰਨ ਵਾਲੀ ਸੀ, ਪਤੀ ਦੀ ਸੇਵਾ ਕਰਨ ਵਾਲੀ ਸੀ ਤੇ ਔਰੰਗਜ਼ੇਬ ਤੋਂ ਡਰਨ ਵਾਲੀ ਸੀ। ਅਸਦ ਖਾਂ ਔਰੰਗਜ਼ੇਬ ਦਾ ਮਿੱਤਰ ਵੀ ਸੀ ਤੇ ਅਹਿਲਕਾਰ ਵੀ ਸੀ। ਭਰੋਸੇਯੋਗ ਮਿੱਤਰ ਤੇ ਅਹਿਲਕਾਰ, ਦੂਸਰੇ ਧਰਮਾਂ ਨੂੰ ਸਤਿਕਾਰ ਦੇਣ ਵਾਲਾ ਸੀ, ਵਕਤ ਦੀਆਂ ਰਾਜਨੀਤਿਕ ਲੋੜਾਂ ਦੀ ਸਮਝ ਵਾਲਾ ਸੀ, ਰੱਬ 'ਤੇ ਵਿਸ਼ਵਾਸ ਕਰਨ ਵਾਲਾ। ਸ਼ਾਹੀ ਹਕੀਮ ਉਹੀ ਜਿਹੜਾ ਤੁਹਾਨੂੰ ਕਿਹਾ ਹੈ ਕਿ ਉਹਨੂੰ ਔਰੰਗਜ਼ੇਬ ਨੂੰ ਉਸਦੇ ਉੱਤੇ ਕੋਈ ਭਰੋਸਾ ਨਹੀਂ ਸੀ। ਠੀਕ ਹੈ ਜੀ, ਇਹ ਸੀ ਬੱਚੇ ਦੇ ਨਾਲ ਸੰਬੰਧਿਤ ਪ੍ਰਸ਼ਨ ਉੱਤਰ। ਉਮੀਦ ਹੈ ਕਿ ਤੁਹਾਨੂੰ ਇਹ ਸਮਝ ਆਇਆ ਹੋਗਾ। ਧੰਨਵਾਦ।